महज मिट्टी के जरिए मिट्टी दे विच किन्नी ताकत है। जेकर तुसी ये देखना होवे तां तुसी इस वीडियो नूं अखीर तक देखो। ਜਦੋਂ ਇਸ ਥਾਂ ਤੇ ਮਿੱਟੀ ਰੱਖਤੀ, ਮਿੱਟੀ ਦੇ ਵਿੱਚ ਚੁੰਬਕੀ ਕਰੰਟ ਹੁੰਦਾ, ਮੈਗਨੇਟਿਕ ਕਰੰਟ, ਤੇ ਪੇਟ ਦੀਆਂ ਨਾੜਾਂ 'ਚ ਹੁੰਦਾ ਬਿਜਲੀ ਦਾ ਕਰੰਟ। ਤਾਂ ਢਿੱਡ ਦੇ ਬੜੇ ਹੋਏ ਅੰਗ ਨੂੰ ਜਿਹੜੀ ਚਰਬੀ ਹੁੰਦੀ ਹੈ, ਉਹਨੂੰ ਜਦੋਂ ਦੋਨੇ ਕਰੰਟ ਮਿਲਦੇ ਆ ਤੇ ਚਰਬੀ ਖੁਰਨੀ ਸ਼ੁਰੂ ਹੋ ਜਾਂਦੀ ਹੈ ਬਿਨਾਂ ਕਿਸੇ ਦਵਾਈ ਤੋਂ। पित्ते वाली पत्थरी होंदी है, इस दौरान जिहड़ा पित्ते ही कढवाउणा पैंदा है। कि इस मिट्टी नज़रिए जे तुहाडे कोल कोई इत्थे आउंदा है जिन्हां दी पित्ते दे विच पत्थरियां ने, ਉਹਦਾ ट्रीटमेंट ਉਹਦਾ इलाज है हो सकदे जी? ਪਿੱਤੇ ਦੀ ਪੱਥਰੀ ਦੇ ਵਿੱਚ ਚਾਹੇ ਉਹ ਸਾਰੀ ਉਮਰ ਰਹੇ, ਉਹਦੇ 'ਚ ਇਨਫੈਕਸ਼ਨ ਨਾ ਹੋਣ ਦਿਓ, ਉਹ 'ਚ ਲਾਗ ਨਾ ਲੱਗਣ ਦਿਓ। ਇਨਫੈਕਸ਼ਨ ਫਿਰ ਕਿਵੇਂ ਰੋਕੀ ਜਾ ਸਕਦੀ ਜੇ ਪੱਥਰੀਆਂ ਹੈਗੀਆਂ ਵੀ ਨੇ ਸਾਡੇ ਕੋਲ? ਪਹਿਲੀ ਗੱਲ ਤਾਂ ਖਾਦ ਖੁਰਾਕ ਦਾ ਜਿਹੜਾ ਤੁਸੀਂ ਕਰੋੜਾਂ ਲੋਕਾਂ ਨੂੰ ਦੱਸ ਚੁੱਕੇ ਹੋ ਵੀ 5 ਚੀਜ਼ਾਂ ਕੁਦਰਤੀ ਖਾਓ ਤੇ 5 ਨਾ ਛੱਡੋ। ਖੂਨ ਸ਼ੁੱਧ ਬਣਾ ਲਓ, ਸਾਰੀ ਉਮਰ ਹੁੰਦਾ ਹੀ ਨਹੀਂ ਹੈ। ਦੂਸਰਾ, 90 ਦਿਨ ਵਾਸਤੇ ਢਿੱਡ ਤੇ ਸਵੇਰ ਸ਼ਾਮ ਮਿੱਟੀ ਰੱਖ ਲਓ, ਹਰ ਘਰ 'ਚ ਮਿੱਟੀ ਹੁੰਦੀ ਹੈ। ਤੇ ਤੀਸਰਾ ਹੁੰਦਾ ਪਾਣੀ ਦਾ ਇਲਾਜ। ਉਹ ਬੰਦੇ ਨੂੰ ਅਸੀਂ ਸਿਖਾਉਂਦੇ, ਲੈ ਜਾ ਗਿੱਲਾ ਜਿਹਾ ਕੱਪੜਾ ਕਰਕੇ ਇੱਥੇ ਰੱਖ ਲਾ, ਲੈ ਆਹ ਇਲਾਜ ਹੈਗਾ। ਜਿਹਦੇ ਵਾਲ ਚਿੱਟੇ ਹੈ, ਬਿਲਕੁਲ ਹੀ ਚਿੱਟੇ ਹੈ, ਉਹਨੂੰ ਉਮੀਦ ਨਹੀਂ ਕਿ ਵਾਰਾ ਕਾਲੇ ਹੋ ਜਾਣਗੇ। ਜਿਹੜੇ ਬਿਲਕੁਲ ਹੀ ਗੰਜੇ ਹੈ, ਜਿਹੜਾ ਲੈ ਚੁੱਕਿਆ ਸਾਰਾ ਕੁਝ, ਲੈ ਉਹ ਤਾਂ 60 ਦਿਨ ਚਾਹੇ ਸਾਰੇ ਸਰੀਰ 'ਤੇ ਨਾ ਲਾਵੇ, ਜੇ ਕੋਈ ਇਹਦੇ ਲੱਗੇ ਵੇ ਹੈ ਇੱਥੋਂ ਤੋਂ ਲੈ ਕੇ ਇਹਨੇ ਥਾਂ 'ਚ ਰੋਜ਼ ਮਿੱਟੀ ਲਾ ਲੇ, ਜਦੋਂ ਸੁੱਕ ਕੇ ਨਹਾ ਲਓ ਅਤੇ ਧੋ ਲਓ। ਵਾਲ ਵੀ ਕਾਲੇ, ਜੇ ਗੰਜ ਹੈ ਤਾਂ ਉਹ ਵੀ ਪੂਰਾ, ਜਿਹੜੀਆਂ ਝੁਰੜੀਆਂ ਪਈਆਂ ਵੇ ਹੈ ਉਹ ਠੀਕ, ਜਿਹੜੀਆਂ ਅੱਖਾਂ ਦੇ ਮੂਹਰੇ ਕਾਲਸੀ ਜਾਂਦੀ ਹੈ ਉਹ ਠੀਕ, ਅਤੇ ਬੁੱਲ ਲਾਲ ਤੇ ਦਾੜੀ ਬੜੀ ਮਜ਼ਬੂਤ, ਕੱਲਾ ਇੰਨੇ ਥਾਂ 'ਤੇ ਲਾਉਣ ਨਾਲ। ਜਿੰਨੇ ਵੀ ਤੱਤ ਆਪਾਂ ਨੂੰ ਖਾਣ ਨੂੰ ਚਾਹੀਦੇ ਆ ਲਹੂ ਦੇ ਵਿੱਚ, ਉਹ ਸਾਰੇ ਤੱਤ ਮਿੱਟੀ 'ਚ ਹੁੰਦੇ ਆ। ਜਦੋਂ ਅਸੀਂ ਸਾਰੇ ਸਰੀਰ 'ਤੇ ਮਿੱਟੀ ਲਾਤੀ ਤਾਂ ਮਿੱਟੀ ਦੇ ਵਿੱਚ ਜਿਹੜੇ ਤੱਤ ਹੈ ਉਹ ਚਮੜੀ ਦੇ ਰੋਮਾਂ ਰਾਹੀਂ ਲਹੂ 'ਚ ਰਲ ਜਾਂਦੇ ਆ ਤੇ ਬੰਦੇ ਨੂੰ ਸਾਰੇ ਤੱਤ ਮਿਲ ਜਾਂਦੇ, ਉਹਨੂੰ ਕਿਸੇ ਖੁਰਾਕ ਦੀ ਵੀ ਲੋੜ ਨਹੀਂ ਪੈਂਦੀ। सलाम, नमस्ते, सत श्री अकाल। हकीकत टीवी पंजाबी देख रहे साढ़े सारे दर्शकों का स्वागत है। मैं हाँ कासिफ फारूकी। मिट्टी दे विच भरे इस नौजवान नूं वेख के तुहाडे मन दे विच बहुत सारे सवाल ने जिहड़े वो पैदा हो रहे होणगे। उन्हां सारे सवालों का जवाब लैण असीं एक बार मुड़ तो पंजाब नैचुरलपैथी अते योगा रिसर्च सेंटर भदौड़ दे विच पहुंचे हाँ, जिथे असीं तुहानूं दिखाया सी कि किवें ना कोई कैप्सूल, ना कोई दवाई, ना कोई टीका, ना किसी तरह का कोई होर असी कह लीए कि इनटेक करन वाली दवाई, अजिहे दे विच जिहड़ा महज मिट्टी के जरिए मिट्टी दे विच किन्नी ताकत है। जेकर तुसी ये देखना होवे तां तुसी इस वीडियो नूं अखीर तक देखो, तो क्योंकि कुछ ही समय बाद जिहड़ा असी तुहानूं मिट्टी दे चमत्कारी जिहड़े इलाज हैगे ने, चमत्कार मिट्टी किहो जे जिहड़ी करामात कर सकती है, किहो जे उन्हें ट्रीटमेंट कर सकती है। तो वड्डी रिसर्च तो बाद डॉक्टर गुरमेल सिंह विरक होरां ने किस तरीके नाल मिट्टी नूं उपयोग दे विच लिया के फौड़े तो लैके कैंसर तक का जिहड़ा इंतजाम है, जिहड़ा इलाज हैगा वो इत्थे कीता जांदा। तस्वीरां तुहानूं असीं दिखा दिंदे हां। नौजवान एकदम जिहड़ा मिट्टी दे लई मिट्टी दी थैरेपी वास्ते बिल्कुल तैयार खड़े ने। हुणे इन्हां ते मिट्टी दा लेप कीता गया है। साडे नाल डॉक्टर गुरमेल सिंह विरक ने, उन्हां तों असीं जानकारी लैंदे हां। डॉक्टर साहब बहुत बहुत स्वागत है हकीकत टीवी पंजाबी ते। तुहानूं लोकां ने बड़ा मिस कीता, बहुत टाइम बाद असीं वीडियो शेयर करन लगे हां तुहाडी। जी आਇਆਂ ਨੂੰ ਛੋਟੇ ਵੀਰ, ਤੁਹਾਡੇ ਆਉਣ ਦਾ ਧੰਨਵਾਦ। ਤੁਹਾਡੇ ਚੈਨਲ ਦੇ ਨਾਲ ਤੁਸੀਂ ਲੱਖਾਂ ਲੋਕਾਂ ਨੂੰ ਇੱਕ ਚੰਗੀ ਦਿਸ਼ਾ ਦੇ ਰਹੇ ਹੋ। ਧੰਨਵਾਦ ਸਰ ਜੀ। ਅੱਛਾ ਡਾਕਟਰ ਸਾਹਿਬ, ਸਾਨੂੰ ਅਸੀਂ ਦੱਸਿਆ ਸੀ ਕਿਤੇ ਪਿਛਲੀ ਵੀਡੀਓ ਦੇ ਵਿੱਚ ਇੱਕ ਛੋਟੇ ਅਸੀਂ ਕਲਿੱਪ ਦਿਖਾਏ ਸੀ ਕਿ ਕਿਵੇਂ ਮਿੱਟੀ ਦੇ ਜ਼ਰੀਏ, ਪਾਣੀ ਦੇ ਜ਼ਰੀਏ, ਹਵਾ ਦੇ ਜ਼ਰੀਏ, ਸੂਰਜ ਦੀ ਰੋਸ਼ਨੀ ਦੇ ਜ਼ਰੀਏ ਜਿਹੜਾ ਟ੍ਰੀਟਮੈਂਟ ਹੈ ਉਹ ਕੀਤਾ ਜਾਂਦਾ ਹੈ। ਅੱਜ ਅਸੀਂ ਮਿੱਟੀ ਵਾਲਾ ਟ੍ਰੀਟਮੈਂਟ ਹੈਗਾ, ਮਿੱਟੀ ਦਾ ਇਲਾਜ ਹੈਗਾ, ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ। ਅੱਛਾ ਡਾਕਟਰ ਸਾਹਿਬ, ਮਿੱਟੀ ਦੇ ਵਿੱਚ ਇੰਨੀ ਸ਼ਕਤੀ ਹੈ ਜੀ ਜਿੰਨੀ ਕੁ ਤੁਸੀਂ ਕਹਿ ਰਹੇ ਹੋ ਕਿ ਫੌੜੇ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ ਹੈ ਮਿੱਟੀ ਦੇ ਜ਼ਰੀਏ ਤੁਸੀਂ ਇੱਥੇ ਕਰਦੇ ਹੋ?
ਦੇਖੋ ਜੇ ਰਿਸ਼ੀਆਂ ਮੁਨੀਆਂ ਨੂੰ ਗੱਲ ਸੁਣੀਏ ਤਾਂ ਮਿੱਟੀ ਧਰਤੀ 'ਚ ਹੀ ਹੁੰਦੀ ਆ ਨਾ, ਜੀ ਤੇ ਧਰਤੀ ਨੂੰ ਹੀ ਮਾਤਾ ਕਿਹਾ ਗਿਆ। ਜੀ ਮਾਤਾ ਧਰਤ ਮਹਤ, ਇਹ ਤਾਂ ਹੈ ਰਿਸ਼ੀਆਂ ਮੁਨੀਆਂ ਦੁਆਰਾ ਜਿਸ ਨੇ ਧਰਤੀ ਨੂੰ ਮਾਤਾ ਦਾ ਨਾਮ ਦਿੱਤਾ ਹੈ, ਮਿੱਟੀ ਦਾ ਨਾਮ ਦਿੱਤਾ ਹੈ। ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਬੰਦੇ ਦੀ ਜੋ ਵੀ ਲੋੜ ਹੈ, ਜਾਇਜ਼ ਨਜਾਇਜ਼, ਉਸ ਮਿੱਟੀ 'ਚ ਹੀ ਪੈਦਾ ਹੁੰਦੀ ਹੈ। ਜੀ ਖਾਦ ਖੁਰਾਕ ਵੀ ਮਿੱਟੀ 'ਚ, ਜਿਹੜੇ ਆਪਾਂ ਕਮਰੇ ਬਣਾਉਣੇ ਉਹ ਵੀ ਮਿੱਟੀ 'ਚ, ਪਹਿਨਣ ਵਾਲੇ ਵੀ ਮਿੱਟੀ 'ਚ, ਆ ਜਿਹੜੇ ਤੁਸੀਂ ਮੇਰੇ ਮੂੰਹ ਦੇ ਅੱਗੇ ਜੇ ਲਾਇਆ ਹੈ, ਇਹਦਾ ਮਟੀਰੀਅਲ ਵੀ ਮਿੱਟੀ 'ਚੋਂ ਆਇਆ ਹੈ। ਮਿੱਟੀ 'ਚ ਹੀ ਪੈਦਾ ਹੋਇਆ ਤੇ ਮਿੱਟੀ 'ਚ ਹੀ ਮਰਨਾ ਹੈ। ਮਿੱਟੀ ਦੇ ਨਾਲ ਫੋੜੇ ਤੋਂ ਲੈ ਕੇ ਕੈਂਸਰ ਤੱਕ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੁੰਦਾ ਹੈ। ਪਹਿਲਾਂ ਵੀ ਹੁੰਦਾ ਸੀ, ਹੁਣ ਵੀ ਹੋ ਰਿਹਾ ਹੈ। ਹੁਣ ਭਾਰਤ ਸਰਕਾਰ ਦਾ ਜਿਹੜਾ ਰਿਸਰਚ ਡਿਪਾਰਟਮੈਂਟ ਹੈ, ਨੇਚਰੋਪੈਥੀ ਐਂਡ ਯੋਗਾ, ਜਿਹੜਾ ਰਿਸਰਚਾਂ ਕਰ ਰਿਹਾ ਹੈਗਾ, ਸੈਂਟਰਲ ਕਾਉਂਸਲ ਫਾਰ ਰਿਸਰਚ ਇਨ ਨੇਚਰੋਪੈਥੀ ਐਂਡ ਯੋਗਾ, ਉਸ ਨੇ ਹੁਣ ਮਿੱਟੀ ਨੂੰ ਮੁੱਖ ਰੱਖ ਕੇ ਕਰੋੜਾਂ ਤਜਰਬੇ ਕਰਕੇ ਹਰ ਬਿਮਾਰੀ ਦੇ ਇਲਾਜ ਵਾਸਤੇ ਢੰਗ ਦੱਸਦੇ ਵੀ ਕਿਹੜੀ ਬਿਮਾਰੀ 'ਚ ਮਿੱਟੀ ਨੂੰ ਕਿਵੇਂ ਲਾਉਣਾ ਹੈ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਕਿਸੇ ਦੇ ਸੱਪ ਲੜ ਜੇ, ਆਪਾਂ ਮਿੱਟੀ 'ਚ ਦਬਦੇ ਹੁੰਦੇ ਸੀ। ਕਿਸੇ ਨੂੰ ਅਧਰੰਗ ਹੋ ਜਾਂਦਾ ਸੀ ਤਾਂ ਮਿੱਟੀ 'ਚ ਦਬਦੇ ਹੁੰਦੇ ਸੀ। ਅੱਜ ਕੱਲ੍ਹ ਵੀ ਬਹੁਤ ਜਗ੍ਹਾ 'ਤੇ ਦੱਬਿਆ ਜਾਂਦਾ ਹੈ। ਕੋਈ ਵੀ ਜਾਨਵਰ ਜਦੋਂ ਵੀ ਬਿਮਾਰ ਹੁੰਦਾ ਉਹ ਮਿੱਟੀ 'ਚ ਹੀ ਲਿਟਦਾ ਹੈ। ਇੱਕੋ ਹੀ ਜਿਹੜੇ ਵੀ ਅੰਗ ਦੇ ਉੱਤੇ ਬਿਮਾਰੀ ਹੈ, ਉਸ ਦੇ ਉੱਤੇ ਤੁਸੀਂ ਮਿੱਟੀ ਅੱਧਾ ਪੌਣਾ ਘੰਟਾ ਲਾ ਦਿਓ। ਜਿਸ ਤਰ੍ਹਾਂ ਤੁਹਾਡੇ ਸਾਹਮਣੇ ਇਹਦੇ ਸਿਰ ਤੋਂ ਲੈ ਕੇ ਪੈਰ ਤੱਕ ਮਿੱਟੀ ਲਾਤੀ। ਇਸ ਨੂੰ ਦਿਮਾਗ ਤੋਂ ਲੈ ਕੇ ਪੈਰਾਂ ਤੱਕ ਕੋਈ ਵੀ ਬਿਮਾਰੀ ਹੈ, ਚਾਹੇ ਜਿਗਰ ਦੀ ਹੈ, ਚਾਹੇ ਮਿਹਦੇ ਦੀ ਹੈ, ਚਾਹੇ ਚਮੜੀ ਦੀ ਹੈ, ਚਾਹੇ ਅੱਖਾਂ ਦੀ ਹੈ, ਚਾਹੇ ਵਾਲਾਂ ਦੀ ਹੈ, ਜਾਂ ਜਿੰਨੇ ਵੀ ਅੰਗ ਇਹਦੇ ਅੰਦਰ ਹੈ, ਮਰਦਾਨੀ ਸੈਲਾਨੀ, ਸਾਰਿਆਂ ਨੂੰ ਆ ਸਿਰਫ ਮਿੱਟੀ ਲਾਉਣ ਨਾਲ ਹੀ ਫਾਇਦਾ ਹੋ ਜਾਣਾ। ਮਿੱਟੀ 'ਚ ਇੰਨੀ ਤਾਕਤ ਜਾਂ ਮਿੱਟੀ ਦੇ ਇਸਤੇਮਾਲ ਨੂੰ ਹੁਣ ਤੁਸੀਂ ਲੈ ਕੇ ਆਏ ਹੋ, ਕਿਉਂਕਿ ਸਾਡੇ ਤਾਂ ਡਾਕਟਰ ਸਾਹਿਬ ਇੱਥੇ ਬਹੁਤ ਵੱਡੇ ਵੱਡੇ ਹਸਪਤਾਲ ਨੇ। ਤੁਸੀਂ ਚਮੜੀ ਦਾ ਇਲਾਜ ਕਰਵਾਉਣਾ ਤਾਂ ਤੁਹਾਨੂੰ ਪੈਕੇਜ ਲੈਣਾ ਪੈਂਦਾ ਹੈ, ਤੁਸੀਂ ਮੋਟਾਪੇ ਦਾ ਇਲਾਜ ਕਰਵਾਉਣਾ ਤਾਂ ਤੁਹਾਨੂੰ ਮੋਟੀ ਰਕਮ ਖਰਚਣੀ ਪੈਂਦੀ ਹੈ, ਤੁਸੀਂ ਆਪਣੇ ਕਿਸੇ ਸ਼ੂਗਰ ਦਾ ਟਰੀਟਮੈਂਟ ਕਰਵਾਉਣਾ ਤਾਂ ਤੁਹਾਨੂੰ ਸਾਰੀ ਉਮਰ ਜਿਹੜੀਆਂ ਉਹ ਦਵਾਈਆਂ ਖਾਣੀਆਂ ਪੈਂਦੀਆਂ ਨੇ। ਸ਼ੂਗਰ ਵੀ ਮਿੱਟੀ ਨਾਲ ਠੀਕ ਹੋ ਸਕਦੀ ਹੈ ਜੀ? ਫੋੜੇ ਤੋਂ ਲੈ ਕੇ ਕੈਂਸਰ ਤੱਕ। ਇੱਕ ਤਾਂ ਹਫ਼ਤੇ 'ਚ 1-2 ਵਾਰ ਆਹ ਲਾ ਲਓ। ਜਿਹਦੇ ਵਾਲ ਚਿੱਟੇ ਹੈ, ਬਿਲਕੁਲ ਹੀ ਚਿੱਟੇ ਹੈ, ਉਹਨੂੰ ਉਮੀਦ ਨਹੀਂ ਕਿ ਵਾਰਾ ਕਾਲੇ ਹੋ ਜਾਣਗੇ। ਜਿਹੜੇ ਬਿਲਕੁਲ ਹੀ ਗੰਜੇ ਹੈ, ਜਿਹੜਾ ਲੈ ਚੁੱਕਿਆ ਸਾਰਾ ਕੁਛ, ਲੈ ਉਹ ਤਾਂ 60 ਦਿਨ ਚਾਹੇ ਸਾਰੇ ਸਰੀਰ 'ਤੇ ਨਾ ਲਾਵੇ, ਜੇ ਕੋਈ ਇਹਦੇ ਲੱਗੇ ਵੇ ਹੈ ਇੱਥੋਂ ਤੋਂ ਲੈ ਕੇ ਇਹਨੇ ਥਾਂ 'ਚ, ਰੋਜ਼ ਮਿੱਟੀ ਲਾ ਲੇ, ਜਦੋਂ ਸੁੱਕ ਕੇ ਨਹਾ ਲਓ ਅਤੇ ਧੋ ਲਓ। ਵਾਲ ਵੀ ਕਾਲੇ, ਜੇ ਗੰਜ ਹੈ ਤਾਂ ਉਹ ਵੀ ਪੂਰਾ, ਜਿਹੜੀਆਂ ਝੁਰੜੀਆਂ ਪਈਆਂ ਵੇ ਉਹ ਠੀਕ, ਜਿਹੜੀਆਂ ਅੱਖਾਂ ਦੇ ਮੂਹਰੇ ਕਾਲਸੀ ਜਾਂਦੀ ਹੈ ਉਹ ਠੀਕ, ਅਤੇ ਬੁੱਲ ਲਾਲ ਅਤੇ ਦਾੜੀ ਬੜੀ ਮਜ਼ਬੂਤ। ਕੱਲਾ ਇੰਨੇ ਥਾਂ 'ਤੇ ਲਾਉਣ ਨਾਲ। ਕਿਸ ਨੂੰ ਦੌਰੇ ਪੈਂਦੇ ਹੈ, ਲਾ ਲਓ, 90 ਦਿਨ ਦਾ ਕੋਰਸ ਆ, ਦੌਰੇ ਹਟ ਜਾਂਦੇ ਹੈਗੇ ਸਿਰਫ ਇੰਨੇ ਥਾਂ ਦੇ ਉੱਤੇ ਮਿੱਟੀ ਲਾਉਣ ਨਾਲ। ਜਿਹੜਾ ਵੀ ਅੰਗ ਬਿਮਾਰ ਹੈ, ਮੋਟੀ ਜਿਹੀ ਗੱਲ ਦੱਸਦੇ ਆ, ਕਿਉਂਕਿ ਊਂ ਤਾਂ ਨੇਚਰੋਪੈਥੀ 5 ਸਾਲ ਦਾ ਕੋਰਸ ਆ, ਉੱਥੇ ਸਿਖਾਇਆ ਜਾਂਦਾ ਹੈ। ਤਾਂ ਤੁਹਾਡੇ ਰਾਹੀਂ ਤਾਂ ਅਸੀਂ ਇੰਨਾ ਹੀ ਦੱਸਾਂਗੇ ਵੀ ਜਿਹੜਾ ਅੰਗ ਵੀ ਬਿਮਾਰ ਹੈ ਤੁਹਾਡਾ, ਉਹਦੇ ਉੱਤੇ ਅੱਧਾ ਘੰਟਾ ਮਿੱਟੀ ਰੱਖ ਲਓ, ਸੁਬਾਹ ਸ਼ਾਮ ਬਸ। ਮਿੱਟੀ ਕੋਈ ਹੋਵੇ, ਘੱਟੋ ਘੱਟ 4 ਫੁੱਟ ਡੂੰਘੀ ਲੈ ਲਓ, ਫਿਰ ਉਸ ਮਿੱਟੀ ਨੂੰ ਗੁੰਨ ਲਓ ਅਤੇ ਜਿਹੜਾ ਅੰਗ ਦੁਖਦਾ ਹੈ ਉੱਥੇ ਰੱਖ ਲਓ। ਛਾਤੀ 'ਚ ਦਰਦ ਹੈ, ਮੰਨ ਲਓ ਇਹਨੂੰ ਸਾਹ ਦਮੇ ਦੀ ਬਿਮਾਰੀ ਹੈ, ਜਾਂ ਇਹਨੂੰ ਹਾਰਟ ਦੀ ਬਿਮਾਰੀ ਹੈ, ਇੱਥੋਂ ਤੋਂ ਲੈ ਕੇ ਇੱਥੋਂ ਤੱਕ ਸੁਬਾਹ ਸ਼ਾਮ 2 ਟਾਈਮ ਅੱਧਾ ਘੰਟਾ ਮਿੱਟੀ ਰੱਖ ਲਓ। ਮੰਨ ਲਓ ਇਹਨੂੰ ਢਿੱਡ ਦੀ ਬਿਮਾਰੀ ਹੈ, ਇੱਥੋਂ ਤੋਂ ਲੈ ਕੇ ਇੱਥੋਂ ਤੱਕ, ਹੁਣ ਢਿੱਡ 'ਚ ਹੀ ਸਾਰੇ ਅੰਗ ਹੈ, ਗੁਰਦੇ ਵੀ ਇਹਦੇ 'ਚ ਹੈ, ਮਿਹਦਾ ਵੀ ਇਹਦੇ 'ਚ ਹੈ, ਜਿਗਰ ਲਿਵਰ ਵੀ ਇਹਦੇ 'ਚ ਹੈ, ਸਪਲੀਨ ਵੀ ਇਹਦੇ 'ਚ ਹੈ, ਛੋਟੀ ਵੱਡੀ ਆਂਤ ਵੀ ਇਹਦੇ 'ਚ ਹੈ, ਬਲੈਡਰ ਵੀ ਇਹ 'ਚ ਉੱਪਰ ਇਕੱਠੇ ਹੁੰਦੇ ਹੈ, ਜਨਾਨੇ ਮਰਦਾਨੇ ਅੰਗ ਵੀ ਇਹਦੇ 'ਚ ਹੈ। ਜਾਣੀ ਕੋਈ ਅੰਗ ਬਚਿਆ, ਸਿਰਫ ਅੱਧਾ ਘੰਟਾ ਇੰਨੇ ਥਾਂ ਦੇ ਉੱਤੇ ਮਿੱਟੀ ਰੱਖ ਕੇ ਪੈ ਜਾਓ, ਪੈਣਾ ਨਹੀਂ ਤੁਰ ਫਿਰ ਲਓ, ਉਦੋਂ ਬਾਅਦ ਧੋ ਲਓ। ਮਿੱਟੀ ਦੇ ਵਿੱਚ ਸਰੀਰ ਨੂੰ ਜਿੰਨੇ ਵੀ ਜ਼ਰੂਰੀ ਤੱਤ ਆਪਾਂ ਨੂੰ ਚਾਹੀਦੇ ਆ, ਸਿਰ ਤੋਂ ਲੈ ਕੇ ਪੈ, ਉਹ ਸਾਰੇ ਦੇ ਸਾਰੇ ਤੱਤ
ਮਿੱਟੀ 'ਚ ਹੁੰਦੇ ਆ। ਤੇ ਪਰ ਡਾਕਟਰ ਸਾਹਿਬ ਜਿਵੇਂ ਕਿ ਇਹਨਾਂ ਦੀ ਗੁੱਗੜ ਨਿਕਲੀ ਹੋਈ ਹੈ ਤੇ ਅੱਜ ਕੱਲ ਪੰਜਾਬ ਦੇ ਵਿੱਚ ਹਰ ਦੂਜੇ ਤੀਜੇ ਬੰਦੇ ਦੀ ਜਿਹੜੀ ਬੈਲਟ ਹੈਗੀ ਹੈ ਉਹ ਢਿੱਡ ਦੇ ਹੇਠਾਂ ਰਹਿ ਜਾਂਦੀ ਹੈ ਤੇ ਗੁੱਗਣਾ ਸਾਰੇ ਵਧਾਈ ਫਿਰਦੇ ਨੇ, ਤੌਲਿਆਂ ਵਰਗੇ ਢਿੱਡ ਕੇਰੀ ਫਿਰਦੇ ਨੇ ਤੇ ਮਿੱਟੀ ਹੈ ਜਿਹੜੀ ਉਸ ਚੀਜ਼ ਨੂੰ, ਉਸ ਮਰਜ਼ ਨੂੰ ਅਸੀਂ ਕਹਿ ਲਈਏ ਕਿ ਠੀਕ ਕਰ ਸਕਦੀ ਹੈ, ਪੇਟ ਘਟਾ ਸਕਦੀ ਹੈ, ਮੋਟਾਪਾ ਘਟਾ ਸਕਦੀ ਹੈ। ਜਦੋਂ ਇਸ ਥਾਂ ਤੇ ਮਿੱਟੀ ਰੱਖਤੀ, ਮਿੱਟੀ ਦੇ ਵਿੱਚ ਚੁੰਬਕੀ ਕਰੰਟ ਹੁੰਦਾ, ਮੈਗਨੇਟਿਕ ਕਰੰਟ ਜੀ। ਤੇ ਪੇਟ ਦੀਆਂ ਨਾੜਾਂ 'ਚ ਹੁੰਦਾ ਬਿਜਲੀ ਦਾ ਕਰੰਟ। ਤਾਂ ਢਿੱਡ ਦੇ ਬੜੇ ਹੋਏ ਅੰਗ ਨੂੰ ਜਿਹੜੀ ਚਰਬੀ ਹੁੰਦੀ ਹੈ ਉਹਨੂੰ ਜਦੋਂ ਦੋਨੇ ਕਰੰਟ ਮਿਲਦੇ ਆ ਤੇ ਚਰਬੀ ਖੁਰਨੀ ਸ਼ੁਰੂ ਹੋ ਜਾਂਦੀ ਹੈ ਬਿਨਾਂ ਕਿਸੇ ਦਵਾਈ ਤੋਂ। ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਢਿੱਡ ਛੋਟਾ ਹੋਣ ਲੱਗ ਜਾਂਦਾ ਹੈ ਤੇ ਕੁਝ ਮਹੀਨਿਆਂ ਦੇ ਵਿੱਚ ਸਾਡੇ ਕੋਲ ਆ ਜਾਂਦੇ ਆ, ਡਾਕਟਰ ਸਾਹਿਬ ਅਸੀਂ ਤਾਂ ਸੁੱਕ ਚੱਲੇ ਜੀ, ਪਹਿਲਾਂ ਮਿੰਨਤਾਂ ਕਰਦੇ ਸਾਡਾ ਢਿੱਡ ਘਟਾ ਦਿਓ, ਜਦੋਂ ਢਿੱਡ ਘਟਦਾ ਫਿਰ ਵਹਿਮ ਆਉਂਦਾ ਡਾਕਟਰ ਸਾਹਿਬ ਜਮੀ ਸੁੱਕ ਗਏ। ਮੈਨੂੰ ਮੇਰੀ ਮਾਂ ਕਹਿੰਦੀ ਆ ਤੂੰ ਪਤਲਾ ਹੋ ਗਿਆ, ਮੇਰਾ ਪਿਓ ਕਹਿੰਦਾ, ਅਸੀਂ ਕਹਿੰਦੇ ਗੰਦ ਖਾਣ ਲੱਗ ਜਾ ਫਿਰ ਸੂਰ ਬਣ ਜਾ। ਰੋਜ਼ ਇਹ ਮਿੱਟੀ ਲਾ ਲਓ। ਹੋਰ ਵੀ ਬੜੇ ਢੰਗ ਹੈ, ਮਿੱਟੀ 2 ਟਾਈਮ ਲਾ ਕੇ ਜਕੋਨੇ ਦੇ ਲਾਗੀ, ਠੀਕ ਨਹੀਂ, ਉਹਨੂੰ ਢਿੱਡ ਵਾਸਤੇ ਇੰਨੇ ਥਾਂ ਤੇ ਮਿੱਟੀ ਲਾ ਕੇ ਉੱਤੇ ਪੱਟੀ ਬੰਨ੍ਹ ਲਓ, ਫਿਰ ਪੈ ਜਾਓ, ਬਹਿ ਜਾਓ, ਤੁਰ ਲਓ, ਹੱਸ ਲਓ, ਖੇਡ ਲਓ। ਅੰਦਰ ਇੱਕ ਕੁੜੀ ਦੇ ਮਿੱਟੀ ਰੱਖੀ ਵੀ ਹੈ, ਠੀਕ ਨਹੀਂ, ਨੌਜਵਾਨ ਕੁੜੀ ਹੈ, ਬਹੁਤ ਸੁੰਦਰ ਕੁੜੀ ਹੈ। ਉਹਦੇ ਉੱਤੇ ਤੁਹਾਨੂੰ ਕੱਲਾ, ਇਹ ਤਾਂ ਤੁਹਾਨੂੰ ਦਿਖਾਇਆ ਨਾ ਸਾਰੇ ਸਰੀਰ ਦੇ ਉੱਤੇ ਮਿੱਟੀ ਲਾਉਣਾ, ਉਹਦੇ ਤੁਹਾਨੂੰ ਦਿਖਾਵਾਂ ਵੀ ਕੱਲਾ ਕਿਵੇਂ ਢਿੱਡ ਤੇ ਰੱਖੀ ਜਾਂਦੀ ਹੈ। ਕਈਆਂ ਦੇ ਬੱਚੇ ਨਹੀਂ ਪੈਦਾ ਹੁੰਦੇ, ਕਈ ਨਮਰਦਾ ਹੈ, ਕਈਆਂ ਦੇ ਪਿੱਤੇ 'ਚ ਰਸੌਲੀਆਂ, ਕਈਆਂ 'ਚ ਗੁਰਦੇ 'ਚ ਰਸੌਲੀਆਂ, ਕਈਆਂ ਨੂੰ ਹਜਮ ਹੀ ਨਹੀਂ ਆਉਂਦੀ, ਖਾਧੀ ਪੀਤੀ ਚੀਜ਼ ਤਾਂ ਦੀ ਆ ਜਾਂਦੀ ਹੈ, ਉਲਟੀ ਆਉਂਦੀ ਹੈ, ਕਈਆਂ ਨੂੰ ਕੈਂਸਰ ਹੈ। ਸਾਰਿਆਂ ਦਾ ਇਲਾਜ ਮਿੱਟੀ। ਤੇ ਪਰ ਰਸੌਲੀਆਂ ਦੀ ਗੱਲ ਵੀ ਠੀਕ ਹੈ ਡਾਕਟਰ ਸਾਹਿਬ, ਬਹੁਤ ਜ਼ਿਆਦਾ ਲੋਕਾਂ ਨੂੰ ਇਹ ਬਿਮਾਰੀਆਂ ਹੈਗੀਆਂ ਨੇ, ਪਰ ਗੁਰਦੇ 'ਚ ਪੱਥਰੀਆਂ, ਪਿੱਤੇ 'ਚ ਪੱਥਰੀ, ਗੁਰਦੇ 'ਚ ਪੱਥਰੀ ਤਾਂ ਫਿਰ ਵੀ ਟ੍ਰੀਟਮੈਂਟ ਨਾਲ ਜਿਹੜੀ ਹੈ ਉਹ ਨਿਕਲ ਜਾਂਦੀ ਹੈ, ਜਾਂ ਜਿਹੜੀ ਪਿੱਤੇ ਵਾਲੀ ਪੱਥਰੀ ਹੁੰਦੀ ਹੈ ਇਸ ਦੌਰਾਨ ਜਿਹੜਾ ਪਿੱਤੇ ਹੀ ਕਢਵਾਉਣਾ ਪੈਂਦਾ। ਕੀ ਇਸ ਮਿੱਟੀ ਨਜ਼ਰੀਏ ਜੇ ਤੁਹਾਡੇ ਕੋਲ ਕੋਈ ਇੱਥੇ ਆਉਂਦਾ ਹੈ ਜਿਨ੍ਹਾਂ ਦੀਆਂ ਪਿੱਤੇ ਦੇ ਵਿੱਚ ਪੱਥਰੀਆਂ ਨੇ, ਉਹਦਾ ਟ੍ਰੀਟਮੈਂਟ, ਉਹਦਾ ਇਲਾਜ ਹੈ ਹੋ ਸਕਦਾ ਜੀ? ਦੇਖੋ ਜੇ ਆਪਾਂ ਐਲੋਪੈਥੀ ਦੀ ਗੱਲ ਕਰੀਏ, ਕਿਉਂਕਿ ਬੇਸਿਕਲੀ ਮੈਂ ਐਲੋਪੈਥੀ ਡਾਕਟਰ ਹਾਂ ਜੀ, ਮੈਂ ਰਿਟਾਇਰਡ ਸਰਜਨ ਹਾਂ, ਹਜ਼ਾਰਾਂ ਦੀ ਗਿਣਤੀ 'ਚ ਆਪਰੇਸ਼ਨ ਕੀਤੇ ਮੈਂ, ਪਿੱਤੇ ਦੇ ਵੀ ਹੋਰਾਂ ਦੇ ਵੀ। ਪਿੱਤੇ ਕੱਢੇ ਬਹੁਤ ਨੇ? ਬਹੁਤ ਕੱਢੇ ਆ, ਕਿਉਂਕਿ ਸਾਡੇ ਅੰਗਰੇਜ਼ੀ ਇਲਾਜ 'ਚ ਬਿਨਾਂ ਆਪਰੇਸ਼ਨ ਤੋਂ ਕੋਈ ਇਲਾਜ ਹੈ ਨਹੀਂ ਜੀ। ਇਹ ਨਹੀਂ ਕਿ ਅਸੀਂ ਅੰਗਰੇਜ਼ੀ ਡਾਕਟਰ ਮਾੜੇ ਹਾਂ, ਸਾਨੂੰ ਪੜ੍ਹਾਈ ਇਹ ਗਿਆ ਕਿ ਪਿੱਤੇ ਦਾ ਇਲਾਜ ਸਿਰਫ ਆਪਰੇਸ਼ਨ ਆ, ਹੋਰ ਕੋਈ ਹੈ ਨਹੀਂ। ਪਰ ਇਹ ਨੇਚਰੋਪੈਥੀ ਦੇ ਵਿੱਚ ਪਹਿਲੀ ਗੱਲ ਤਾਂ ਪਿੱਤੇ ਦੀ ਪੱਥਰੀ ਬਣੂਗੀ ਨਹੀਂ ਅਗਰ ਖਾਦ ਖੁਰਾਕ ਤੇ ਇਹ ਉਪਰਾਲੇ ਕਰਾਂਗੇ। ਬਣ ਗਈ ਤਾਂ ਮਿੱਟੀ ਦੇ ਨਾਲ ਹੀ ਤੇ ਪਾਣੀ ਦੇ ਅਲੱਗ-ਅਲੱਗ ਢੰਗਾਂ ਨਾਲ ਪੱਥਰੀ ਹੈ ਜਿਹੜੀ ਨਿਕਲ ਜਾਂਦੀ ਹੈ। ਜਦੋਂ ਇੱਧਰੋਂ ਵਿਹਲੇ ਹੋਏ, ਸ਼ਾਇਦ ਇੱਕ ਮਰੀਜ਼ ਨੂੰ ਅੱਜ ਛੁੱਟੀ ਦਿੱਤੀ ਹੈ, ਨਾ ਗਿਆ ਹੋਇਆ, ਤੁਸੀਂ ਉਹਦੀ ਇੰਟਰਵਿਊ ਲੈ ਲਿਓ, ਉਹਦੇ ਪਿੱਤੇ 4 ਪੱਥਰੀਆਂ ਸੀ, ਉਹ ਨਿਕਲ ਗਈਆਂ। ਅੱਜ ਉਹਨੇ ਮੈਨੂੰ ਰਿਪੋਰਟ ਦਿਖਾਈ ਹੈ, ਅਸੀਂ ਉਹ ਤੋਂ ਪਾਰਟੀ ਵੀ ਲੈ ਲਈ, ਵਧਾਈਆਂ। ਕੀ ਬਾਤ ਹੈ। ਤੇ ਬੈਠੇ ਹੋਏ ਤੁਸੀਂ ਇੰਟਰਵਿਊ ਲੈ ਲਓ, ਨਹੀਂ ਫਿਰ ਤੁਹਾਡੀ ਮੁਲਾਕਾਤ ਫੇਰ ਕਰਾ ਦਾਂਗੇ। ਤੁਹਾਡੇ ਸਵਾਲ ਦਾ ਜਵਾਬ ਆ ਵੀ ਪਿੱਤੇ ਦੀ ਪੱਥਰੀ ਨਿਕਲ ਜਾਂਦੀ ਹੈ ਬਿਨਾਂ ਆਪਰੇਸ਼ਨ ਤੋਂ, ਅਨੇਕਾਂ ਮਰੀਜ਼ਾਂ ਦੇ ਨਿਕਲ ਚੁੱਕੇ। ਅੱਛਾ ਡਾਕਟਰ ਸਾਹਿਬ ਇੱਕ ਗੱਲ ਹੋਰ ਦੱਸੋ, ਡਾਕਟਰ ਅਕਸਰ ਇਹ ਗੱਲ ਕਹਿੰਦੇ ਨੇ ਕਿ ਜਦੋਂ ਪਿੱਤਾ ਕਢਵਾ ਦਈਏ, ਪਿੱਤੇ ਦਾ ਕੋਈ ਬਹੁਤਾ ਜ਼ਿਆਦਾ ਕੰਮ ਨਹੀਂ ਹੈਗਾ, ਪਰ ਮੈਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹ ਗੱਲ ਪੜ੍ਹੀ ਹੈ ਕਿ ਜੇਕਰ ਸਾਡੇ ਸਰੀਰ ਦੇ ਵਿੱਚੋਂ ਪਿੱਤਾ ਨਿਕਲ ਜਾਂਦਾ ਹੈ, ਉਹ ਕਿਸੇ ਵੀ ਕਾਰਨ ਕਰਕੇ ਨਿਕਲੇ, ਤਾਂ ਜਿਹੜੀ ਬੰਦੇ ਦੀ ਉਮਰ ਹੈਗੀ ਹੈ 5 ਤੋਂ 10 ਸਾਲ ਘਟ ਜਾਂਦੀ ਹੈ ਜੀ। 5 ਤੋਂ 10 ਸਾਲ ਨਹੀਂ, ਮੈਂ ਤਾਂ ਇਹ ਕਹੂੰਗਾ 20 30 40 ਸਾਲ ਹੀ ਘਟ ਜਾਂਦੀ ਹੈ। ਮੰਨ ਲਓ ਉਮਰ ਨਹੀਂ ਘਟਦੀ ਤਾਂ ਜਿੰਨਾ ਚਿਰ ਉਹ ਜਿਉਂਦਾ ਉਹਨਾਂ ਚਿਰ ਉਸ ਨੂੰ ਡਾਕਟਰ ਦੇ ਕੋਲੇ ਗੇੜੇ ਕੱਢਣੇ ਹੀ ਪੈਣਗੇ, ਬਿਮਾਰੀਆਂ ਲੱਗਣਗੀਆਂ ਹੀ ਲੱਗਣੀਆਂ। ਪਿੱਤੇ ਨੂੰ ਅਸੀਂ ਗਾਲ ਬਲੈਡਰ ਕਹਿੰਦੇ ਹਾਂ, ਠੀਕ ਹੈ। ਇਹਦੇ ਵਿੱਚੋਂ ਇੱਕ ਰਸ ਨਿਕਲਦਾ ਹੁੰਦਾ ਜਿਹਨੂੰ ਅਸੀਂ ਡਾਕਟਰ ਬਾਈਲ ਕਹਿ ਦਿੰਦੇ ਹਾਂ, ਤੇ ਆਮ ਭਾਸ਼ਾ 'ਚ ਇਹਨੂੰ ਕਿ ਪਿੱਤ। ਜਦੋਂ ਇਹ ਜ਼ਰੂਰਤ ਤੋਂ ਵੱਧ ਜਾਂਦਾ ਹੈ, ਇਹ ਜੰਮ ਜਾਂਦਾ ਹੈ ਤੇ ਇਹਨੂੰ ਕਹਿੰਦੇ ਪਿੱਤੇ ਦੀਆਂ ਪੱਥਰੀਆਂ ਬਣ ਗਈਆਂ। ਜਦੋਂ ਪਿੱਤੇ ਦੀ ਪੱਥਰੀ ਦੇ ਨਾਲ ਅਸੀਂ ਉਹ ਪਿੱਤਾ ਹੀ ਕੱਢਤਾ, ਗਾਲ ਬਲੈਡਰ ਹੀ ਬਾਹਰ ਕੱਢਤਾ, ਜਿਹੜਾ ਕੰਮ ਗਾਲ ਬਲੈਡਰ ਨੇ ਕਰਨਾ ਸੀ ਉਹਦਾ ਕੰਮ ਤਾਂ ਗਿਆ ਨਾ, ਤਾਂ ਸਾਰੀ ਉਮਰ ਗਾਲ ਬਲੈਡਰ ਦਾ ਕੰਮ ਸਸਪੈਂਡ ਹੋ ਗਿਆ ਕਿ ਨਹੀਂ। ਉਹਦੇ ਨਾਲ ਬਿਮਾਰੀਆਂ ਲੱਗਣਗੀਆਂ, ਬਿਮਾਰੀ ਨੇ ਘਰੇ ਨਹੀਂ ਬੈਠਣ ਦੇਣਾ। ਅਸੀਂ ਫਿਰ ਉਹਦੀ ਘਾਟ ਸਾਰੀ ਉਮਰ ਗੋਲੀ ਕੈਪਸੂਲ ਸ਼ੀਸ਼ੀਆਂ ਟੀਕੇ ਨਾਲ ਦੇ ਜਾਵਾਂ, ਕਿਸੇ ਦਾ ਤੇਜ਼ਾਬ ਬਣ ਜੂ, ਕਿਸੇ ਦੇ ਗੈਸ ਬਣ ਜੂ, ਕਿਸੇ ਦਾ ਢਿੱਡ ਵੱਡਾ ਹੋ ਗਿਆ, ਕਿਸੇ ਨੂੰ ਪੀਲੀਆ ਹੋ ਗਿਆ, ਕਿਸੇ ਨੂੰ ਕੁਛ ਹੋ ਗਿਆ। ਜਾਣੀ ਜਿਸ ਨੇ ਵੀ ਪਿੱਤਾ ਕਢਾਤਾ ਉਹ ਖੁਸ਼ ਤਾਂ ਇਸ ਪੱਖੋਂ ਹੋਊਗਾ ਵੀ ਬਾਰ-ਬਾਰ ਮੈਨੂੰ ਪੱਥਰੀ ਨਹੀਂ ਤੰਗ ਕਰੂ, ਪਰ ਸਾਰੀ ਉਮਰ ਫਿਰ ਉਸ ਨੂੰ
ਦਵਾਈ ਖਾਣੀ ਹੀ ਪਊਗੀ। ਪਰ ਡਾਕਟਰ ਸਾਹਿਬ ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ, ਜਦੋਂ ਅਸੀਂ ਐਲੋਪੈਥੀ ਡਾਕਟਰਸ ਕੋਲ ਜਾਂਦੇ ਆ, ਸਰਜਨ ਕੋਲ ਜਾਂਦੇ ਆ, ਤਾਂ ਉਹ ਕਹਿੰਦੇ ਨੇ ਵੀ ਤੁਸੀਂ ਫਟਾਫਟ ਇਹ ਪੱਥਰੀ ਕਢਾ ਦਿਓ, ਨਹੀਂ ਤਾਂ ਫਿਰ ਇਹ ਅੱਗੇ ਜਾ ਕੇ ਇਨਫੈਕਸ਼ਨ ਵਧੂਗੀ ਤੇ ਕੈਂਸਰ ਵੀ ਹੋ ਸਕਦਾ ਹੈ। ਇਸ ਤਰੀਕੇ ਨਾਲ ਡਰਾ ਦਿੱਤਾ ਜਾਂਦਾ ਜੀ ਮਰੀਜ਼ਾਂ ਨੂੰ। ਦੇਖੋ, ਕਿਸੇ ਨੂੰ ਵੀ ਪਿੱਤੇ ਦੀ ਪੱਥਰੀ ਹੋ ਜੇ, ਪੱਥਰੀ ਦਾ ਆਪਰੇਸ਼ਨ ਅਗਰ ਕਰਾ ਲਿਆ ਤਾਂ ਕੈਂਸਰ ਦੇ ਚਾਂਸਸ 25-30 ਗੁਣੇ ਵੱਧ ਜਾਂਦੇ ਆ। ਕਿਤੇ ਵੀ ਕੈਂਸਰ ਦੀ ਸੰਭਾਵਨਾ ਇਕੱਲਾ ਪਿੱਤੇ ਦੀ ਨਹੀਂ, ਅਗਰ ਉਹ ਤੇ ਨੀਡਲ ਸੂਈ ਲੱਗ ਗਈ, ਚਾਹੇ ਅਸੀਂ ਉਹਨੂੰ ਬਾਇਓਪਸੀ ਕਰਨ ਵਾਲੀ ਚੈੱਕ ਕਰਦੇ ਹਾਂ, ਔਰ ਅਗਰ ਕੈਂਸਰ ਹੈ ਤਾਂ 16-17% ਉਹਦਾ ਕੈਂਸਰ ਵੱਧ ਜਾਂਦਾ ਹੈ। ਸਮਝ ਗਏ? ਰਹੀ ਗੱਲ ਵੀ ਪਿੱਤੇ ਦੀ ਪੱਥਰੀ ਨਾਲ ਕੈਂਸਰ ਹੁੰਦਾ ਹੈ, ਬਿਲਕੁਲ ਨਹੀਂ ਹੁੰਦਾ ਹੈ। ਪਿੱਤੇ ਦੀ ਪੱਥਰੀ ਦੇ ਵਿੱਚ ਚਾਹੇ ਉਹ ਸਾਰੀ ਉਮਰ ਰਹੇ, ਉਹਦੇ 'ਚ ਇਨਫੈਕਸ਼ਨ ਨਾ ਹੋਣ ਦਿਓ, ਉਹ 'ਚ ਲਾਗ ਨਾ ਲੱਗਣ ਦਿਓ। ਇਨਫੈਕਸ਼ਨ ਫਿਰ ਕਿਵੇਂ ਰੋਕੀ ਜਾ ਸਕਦੀ ਜੇ ਪੱਥਰੀਆਂ ਹੈਗੀਆਂ ਵੀ ਨੇ ਸਾਡੇ ਕੋਲ? ਪਹਿਲੀ ਗੱਲ ਤਾਂ ਖਾਦ ਖੁਰਾਕ ਦਾ ਜਿਹੜਾ ਤੁਸੀਂ ਕਰੋੜਾਂ ਲੋਕਾਂ ਨੂੰ ਦੱਸ ਚੁੱਕੇ ਹੋ ਵੀ 5 ਚੀਜ਼ਾਂ ਕੁਦਰਤੀ ਖਾਓ ਤੇ 5 ਨਾ ਛੱਡੋ। ਖੂਨ ਸ਼ੁੱਧ ਬਣਾ ਲਓ, ਸਾਰੀ ਉਮਰ ਹੁੰਦਾ ਹੀ ਨਹੀਂ ਹੈ। ਦੂਸਰਾ, 90 ਦਿਨ ਵਾਸਤੇ ਢਿੱਡ ਤੇ ਸਵੇਰ ਸ਼ਾਮ ਮਿੱਟੀ ਰੱਖ ਲਓ, ਹਰ ਘਰ 'ਚ ਮਿੱਟੀ ਹੁੰਦੀ ਹੈ। ਤੇ ਤੀਸਰਾ ਹੁੰਦਾ ਪਾਣੀ ਦਾ ਇਲਾਜ। ਉਹ ਬੰਦੇ ਨੂੰ ਅਸੀਂ ਸਿਖਾ ਲੈ ਯਾਰ, ਗਿੱਲਾ ਜਿਹਾ ਕੱਪੜਾ ਕਰਕੇ ਇੱਥੇ ਰੱਖ ਲਾ, ਲੈ ਆਹ ਇਲਾਜ ਹੈਗਾ। ਤੇ ਜੇ ਕੁਦਰਤੀ ਉਹ ਕੁੜੀ ਮਿਲ ਗਈ, ਤੁਸੀਂ ਦੇਖ ਲਓ, ਇੱਕ ਸਾਈਜ਼ ਪਿੱਤੇ ਦੀ ਪੱਥਰੀ ਦਾ ਉਹਨੇ ਕਢਾ ਵੀ ਲਿਆ ਸੀ, ਉਹਨੂੰ ਕੈਂਸਰ ਹੈ, ਸ਼ਾਇਦ ਮਰੀਜ਼ ਦਾਖਲ ਹੈ, ਉਹਦੇ ਨਾਲ ਗੱਲ ਕਰ ਲਓ ਤੁਸੀਂ। ਜੀ। ਤੇ ਫਿਰ ਬਾਈ ਜੀ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਸੇਵਕ ਹੈ ਜੀ। ਅੱਛਾ, ਸੇਵਕ ਜੀ, ਫਿਰ ਤੁਸੀਂ ਹੁਣ ਇਹ ਤੌਲੇ ਵਰਗਾ ਢਿੱਡ ਘਟਾਉਣ ਲੱਗੇ ਹੋ? ਹਾਂਜੀ ਹਾਂਜੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਤੌਲੇ ਤੇ ਆਪਣੇ ਤੇ? ਮੈਂ ਤੌਲੇ ਹੀ ਕਹੂੰਗਾ ਕਿਉਂਕਿ ਐਡਾ ਵੱਡੇ ਢਿੱਡ ਨੇ ਜਿਹੜੇ, ਜਦੋਂ ਘਟਾਉਣ ਫਿਰ ਕਿਸ ਤਰ੍ਹਾਂ ਟ੍ਰੀਟਮੈਂਟ ਕਿੱਦਾਂ ਲੱਗ ਰਿਹਾ ਤੁਹਾਨੂੰ ਡਾਕਟਰ ਸਾਹਿਬ ਦਾ? ਤੌਲੇ ਨੂੰ ਹੀ ਤੌੜਾ ਕਹਿੰਦੇ ਆ। ਟ੍ਰੀਟਮੈਂਟ ਅੱਛਾ ਜੀ, ਵਧੀਆ ਲੱਗਦਾ ਜੀ। ਅੱਛਾ, ਪਹਿਲਾਂ ਜ਼ਿਆਦਾ ਸੀ ਢਿੱਡ ਜਾਂ ਹੁਣ ਜ਼ਿਆਦਾ ਹੈ? ਹੁਣ ਜ਼ਿਆਦਾ ਜੀ। ਹੁਣ ਜ਼ਿਆਦਾ ਹੈ, ਪਹਿਲਾਂ ਘੱਟ ਸੀ? ਪਹਿਲਾਂ ਤਾਂ ਜਮਾਂ ਘੱਟ ਸੀਗੇ। ਜੀ। ਇਹਦੇ ਹਜੇ ਅੱਜ ਦੂਜਾ ਦਿਨ ਹੀ ਹੈ। ਅੱਛਾ ਜੀ, ਤਾਂ ਤਾਜ਼ਾ ਮਿੱਟੀ ਲਾਉਣ ਲੱਗੇ? ਤਾਜ਼ਾ ਹੀ ਮਿੱਟੀ। ਜੀ। ਤੇ ਮਿੱਟੀ ਦੇ ਵਿੱਚ ਚੁੰਬਕੀ ਕਰੰਟ ਹੁੰਦਾ ਹੈ, ਮੈਗਨੇਟ। ਆਪਣੇ ਸਾਰੇ ਸਰੀਰ 'ਚ 2 ਹੀ ਕਰੰਟ ਹੁੰਦੇ ਆ, ਇੱਕ ਇਲੈਕਟ੍ਰੀਕਲ ਬਿਜਲੀ ਔਰ ਇੱਕ ਚੁੰਬਕ। ਹੁਣ ਤੁਸੀਂ ਕਹੋਗੇ ਵੀ ਬਿਜਲੀ ਦਾ ਕਰੰਟ ਤੇ ਚੁੰਬਕ ਦਾ ਕਰੰਟ ਕਿਵੇਂ? ਤਾਂ ਮੈਂ ਤੁਹਾਨੂੰ 2 ਉਦਾਹਰਨਾਂ ਨਾਲ ਹੀ ਸਮਝਾਊਂਗਾ। ਦਿਮਾਗ ਦੀ ਕੋਈ ਬਿਮਾਰੀ ਲੱਗ ਜੇ ਤਾਂ ਦਿਮਾਗ ਦੇ ਮਾਹਰ ਡਾਕਟਰ ਟੈਸਟ ਕਰ ਦਿੰਦੇ EEG। E ਮੀਨਜ਼ ਇਲੈਕਟ੍ਰੀਸਿਟੀ, ਦੂਜੀ E ਦਾ ਮਤਲਬ ਐਨਸੀਲੋਪੈਥੀ, ਤੇ G ਦਾ ਗ੍ਰਾਫ, ਭਾਵ ਜਿਹੜਾ ਦਿਮਾਗ ਦੇ ਵਿੱਚ ਬਿਜਲੀ ਦਾ ਕਰੰਟ ਸੀ ਉਹਦਾ ਕੀ ਗ੍ਰਾਫ ਹੈ। ਕਿਸੇ ਨੂੰ ਦਿਲ ਦੀ ਬਿਮਾਰੀ ਲੱਗ ਜਾਏ ਤਾਂ ਆਪਾਂ ਟੈਸਟ ਕਰਾਉਂਦੇ ECG। E ਮੀਨਜ਼ ਫਿਰ ਇਲੈਕਟ੍ਰੀਸਿਟੀ, ਬਿਜਲੀ, C ਕਾਰਡਿਕ, G ਗ੍ਰਾਫ। ਇਹ ਤਾਂ ਹੋ ਗਿਆ ਆਪਣਾ ਬਿਜਲੀ ਦਾ ਕਰੰਟ। ਦੂਜਾ ਹੁੰਦਾ ਚੁੰਬਕੀ ਕਰੰਟ, ਮੈਗਨੇਟਿਕ ਕਰੰਟ। ਉਹ ਮਿੱਟੀ ਤੋਂ ਮਿਲਣਾ ਹੈ। ਉਹ ਆਪਾਂ ਕਿਵੇਂ ਟੈਸਟ ਕਰਾਂਗੇ? ਜਿਸ ਅੰਗ ਦਾ ਵੀ ਆਪਾਂ ਮੈਗਨੈਟਿਕ ਕਰੰਟ ਦੇਖਣਾ ਹੈ, ਉਹਦੀ ਅਸੀਂ MRI ਕਰਾਵਾਂਗੇ। ਸੁਣਿਆ ਹੋਣਾ? ਜੀ। MRI। M ਮੀਨਜ਼ ਮੈਗਨੈਟਿਕ, R ਮੀਨਜ਼ ਰੈਜ਼ੋਨੈਂਸ, I ਇਮੇਜ। ਤਾਂ ਜਦੋਂ ਵੀ ਕੋਈ ਬਿਮਾਰੀ ਲੱਗਦੀ ਹੈ ਤਾਂ ਡਾਕਟਰ ਨੂੰ ਫਿਕਰ ਹੁੰਦਾ ਵੀ ਜਾਂ ਤਾਂ ਇਹਦਾ ਬਿਜਲੀ ਦਾ ਕਰੰਟ ਤੇ ਜਾਂ ਇਹਦਾ ਮਿੱਟੀ ਦਾ। ਤਾਂ ਮਿੱਟੀ ਵਾਲਾ ਚੁੰਬਕ ਤਾਂ MRI ਨਾਲ ਹੋ ਗਿਆ, ਬਿਜਲੀ ਹੋ ਗਿਆ ECG ਜਾਂ EEG। ਦੋਨਾਂ 'ਚ ਤਾਂ ਕੋਈ ਸੱਪ ਲੜਦਾ ਫਿਰ ਉਹਦਾ ਇਲਾਜ ਦੱਸ ਦਿੰਦੇ ਆ। ਤੇ ਅਸੀਂ ਜੇ ਚੁੰਬਕੀ ਕਰੰਟ ਖਰਾਬ ਹੈ, ਲੈ ਵੀ ਨੰਗੇ ਪੈਰੀਂ ਤੁਰ ਲਾ। 365 ਢੰਗ ਨੰਗੇ ਪੈਰੀਂ ਤੁਰਨ ਦੇ ਤੁਸੀਂ ਕਰੋੜਾਂ ਲੋਕਾਂ ਨੂੰ ਦੱਸ ਚੁੱਕੇ ਹੋ। ਉਧਰੋਂ ਤਾਂ ਧਰਤੀ ਤੇ ਪੈਰ ਟਿਕਾ ਕੇ ਉਹਨੂੰ ਚੁੰਬਕ ਦਿੱਤਾ ਜਾਂਦਾ ਹੈ, ਤੇ ਉਧਰੋਂ ਉਹਦੇ ਸਿਰ 'ਚ, ਦਿਮਾਗ 'ਚ, ਅੱਖਾਂ 'ਚ ਮਿੱਟੀ ਰੱਖੀ ਜਾਂਦੀ ਹੈ। ਹਰ ਬੰਦੇ ਦੇ ਘਰ 'ਚ ਮਿੱਟੀ ਹੁੰਦੀ ਹੈ। ਦੂਸਰਾ, ਜਿੰਨੇ ਵੀ ਤੱਤ ਆਪਾਂ ਨੂੰ ਖਾਣ ਨੂੰ ਚਾਹੀਦੇ ਆ ਲਹੂ ਦੇ ਵਿੱਚ, ਉਹ ਸਾਰੇ ਤੱਤ ਮਿੱਟੀ 'ਚ ਹੁੰਦੇ ਆ। ਜਦੋਂ ਅਸੀਂ ਸਾਰੇ ਸਰੀਰ 'ਤੇ ਮਿੱਟੀ ਲਾਤੀ ਤਾਂ ਮਿੱਟੀ ਦੇ ਵਿੱਚ ਜਿਹੜੇ ਤੱਤ ਹੈ ਉਹ ਚਮੜੀ ਦੇ ਰੋਮਾਂ ਰਾਹੀਂ ਲਹੂ 'ਚ ਰਲ ਜਾਂਦੇ ਆ, ਤੇ ਬੰਦੇ ਨੂੰ ਸਾਰੇ ਤੱਤ ਮਿਲ ਜਾਂਦੇ, ਉਹਨੂੰ ਕਿਸੇ ਖੁਰਾਕ ਦੀ ਵੀ ਲੋੜ ਨਹੀਂ ਪੈਂਦੀ। ਇਹਦੇ ਇਸ ਤਰ੍ਹਾਂ ਹੀ 5.5 ਸਾਲ ਦਾ ਕੋਰਸ ਆ। ਜਿਹੜੇ +2 ਮੈਡੀਕਲ ਪਾਸ ਕਰਕੇ ਮਿੱਟੀ ਦਾ ਟ੍ਰੇਨਿੰਗ ਲੈਂਦੇ ਆ, ਉਹ ਤਾਂ ਉਹਨਾਂ ਨੂੰ ਤਾਂ ਸਿਖਾਈ ਹੀ ਜਾਂਦਾ ਹੈ। ਤੇ ਮੈਂ ਤਾਂ ਤੁਹਾਡੇ ਸਵਾਲਾਂ ਦਾ ਜਵਾਬ ਸ਼ਾਰਟਕਟ ਜਿਹਾ ਦਿੰਦਾ ਤਾਂ ਕਿ ਮੇਰੇ ਬੁੜੇ ਦੀਆਂ ਗੱਲਾਂ ਸੁਣ ਲੈਣ ਵੀ ਭਾਈ ਨੰਗੇ ਪੈਰ। ਬੁੜੇ ਨਹੀਂ ਡਾਕਟਰ ਸਾਹਿਬ, ਮੈਂ ਪਹਿਲਾਂ ਜਦੋਂ ਤੁਹਾਡੇ ਕੋਲ 2-3 ਮਹੀਨੇ ਪਹਿਲਾਂ ਤੁਹਾਡੇ ਕੋਲ ਅਸੀਂ ਆਏ ਸੀ, ਉਸ ਨਾਲੋਂ ਤਾਂ ਤੁਸੀਂ ਹੁਣ ਵੱਧ ਜਵਾਨ ਲੱਗਦੇ ਹੋ। ਪਹਿਲਾਂ ਤੁਹਾਡੇ ਜਿਹੜੀਆਂ ਮੁੱਛਾਂ ਦੇ ਵਿੱਚ ਟਾਵਾਂ ਕਾਲਾ ਬਾਲ ਸੀ, ਤੇ ਹੁਣ ਤਾਂ ਤੁਹਾਡੀਆਂ ਮੁੱਛਾਂ 50% ਮੈਨੂੰ ਲੱਗਦਾ 40% ਜਿਹੜੀਆਂ ਕਾਲੀਆਂ ਹੋ ਚੁੱਕੀਆਂ ਨੇ। ਐਂ ਤਾਂ ਮੁੱਛਾਂ ਕਾਲੀਆਂ ਹੋ ਗਈਆਂ, ਜਿਵੇਂ ਹੁਣ ਪੱਗ ਲਾਵਾਂ ਮੇਰੇ ਵਾਲ ਕਾਫੀ ਕਾਲੇ ਹੋ ਗਏ। ਜੀ। ਤੇ ਉਹਦੇ 'ਚ ਅਸੀਂ ਵੀ ਇੱਕੋ ਹੀ ਮਿੱਟੀ ਲਾਉਂਦੇ ਸੀ। ਠੀਕ ਨਹੀਂ?
ਤੇ ਇਸ ਕਰਕੇ ਇਹ ਵਿਗਿਆਨਕ ਤੱਤ ਹੈ, ਫੋੜੇ ਤੋਂ ਲੈ ਕੇ ਕੈਂਸਰ ਤੱਕ ਹਰ ਬਿਮਾਰੀ ਦਾ ਇਲਾਜ ਮਿੱਟੀ ਨਾਲ ਹੁੰਦਾ ਹੈ। ਹੁਣ ਉੱਥੇ ਪਹਾੜਾ ਲੱਗਿਆ ਹੋਇਆ ਹੈ, ਉਹ 620 ਖਮਣੀ 40 ਫੁੱਟ ਡੂੰਘਾ ਹੈ। ਉਹ ਰੱਖੇ ਇਸੇ ਪੱਖੋਂ ਕਿ ਉਹਦੇ ਵਿੱਚ 24 ਘੰਟੇ ਮਿੱਟੀ ਆਉਂਦੀ ਹੈ ਜਿਹੜੀ ਬੰਦੇ ਨੂੰ ਦੀਂਦੀ ਨਹੀਂ, ਤੇ ਅਸੀਂ ਦਿਨ ਰਾਤ ਤੋਂ ਮਿੱਟੀ ਵਾਲਾ ਪਾਣੀ ਇੱਥੇ ਦਾਖਲ ਮਰੀਜ਼ਾਂ ਨੂੰ ਪਿਆਉਂਦੇ ਹਾਂ। ਉਹ ਤਾਂ ਬੰਦੇ ਨੇ ਮਿੱਟੀ ਵਾਲਾ ਪੀਣਾ ਨਹੀਂ, ਉਹਦੇ ਦੀਂਦੇ ਨਹੀਂ, ਤਾਂ ਪਿਆਉਣੇ ਵੀ ਮਿੱਟੀ ਹੈ ਤੇ ਇਲਾਜ ਵੀ ਮਿੱਟੀ ਦਾ। ਜਿਹੜੀ ਖੁਰਾਕ ਹੈ ਉਹ ਵੀ ਸ਼ੁੱਧ ਪਿਓਰ ਮਿੱਟੀ 'ਚ ਪੈਦਾ ਹੋਈ ਹੋਵੇ, ਤੇ ਮਿੱਟੀ ਦੇ ਤੋੜਦੇ ਹਾਂ, ਮਿੱਟੀ ਤੇ ਅਸੀਂ ਲੇਟਦੇ ਹਾਂ। ਮਗਰ ਸਾਰਾ ਟਰੈਕ ਬਣਿਆ ਹੋਇਆ ਤੇ ਤੁਹਾਡੇ ਸਾਹਮਣੇ ਆ ਬੈਠੇ ਆ ਸਾਡਾ ਛੋਟੇ ਢਿੱਡ ਵਾਲਾ। ਹੋਰ ਕਿਸੇ ਮਰੀਜ਼ ਨਾਲ ਗੱਲ ਕਰ ਲਓ, ਕੈਂਸਰ ਵਾਲਾ, ਪੱਥਰੀਆਂ ਵਾਲੇ, ਅੱਖਾਂ ਅੰਨੇ ਵਾਲੇ, ਵਾਲ ਕਾਲੇ ਚਾਲਾਂ ਵਾਲੇ, ਜਾਣੀ ਜੋ ਵੀ ਕਿਸੇ ਨੂੰ ਬਿਮਾਰੀ ਹੈ ਅਸੀਂ ਸਾਰਿਆਂ ਦੇ ਮਿੱਟੀ ਲਾਉਂਦੇ ਹਾਂ, ਚਾਹੇ ਉਹ ਨੌਜਵਾਨ ਹੈ ਤੇ ਚਾਹੇ ਉਹ ਬੁੜਾ, ਕਿਉਂਕਿ ਇਲਾਜ ਹੀ ਸਾਰਾ ਮਿੱਟੀ ਨਾਲ। ਜੀ ਜੀ ਜੀ। ਤੇ ਫਿਰ ਤੁਹਾਨੂੰ ਡਾਕਟਰ ਸਾਹਿਬ ਇੱਥੇ ਇੱਕ ਪ੍ਰੋਪਰ ਰੂਮ ਵੀ ਹੈ ਜਿਹੜਾ ਡਾਕਟਰ ਸਾਹਿਬ ਹੋਰਾਂ ਨੇ ਬਣਾਇਆ ਹੋਇਆ, ਦੇਖੋ ਉਸ ਦੇ ਵਿੱਚ, ਜਿਹਦੇ ਵਿੱਚ ਮਰੀਜ਼ ਨੇ ਪਹਿਲਾਂ ਇੱਥੇ ਐਂਟਰ ਹੋਣ ਤੋਂ ਪਹਿਲਾਂ ਤੁਹਾਨੂੰ ਪਾਣੀ ਦੇ ਵਿੱਚ ਨੂੰ ਲੰਘ ਕੇ ਜਾਣਾ ਪੈਂਦਾ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਇਹ ਉਹ ਕਮਰਾ ਹੈ ਜਿੱਥੇ ਮਿੱਟੀ ਨਾਲ ਇਲਾਜ ਕੀਤਾ ਜਾਂਦਾ। ਪਾਣੀ ਨਾਲ ਅਸੀਂ ਇਲਾਜ ਤੁਹਾਨੂੰ ਦਿਖਾਇਆ ਸੀ ਕਿ ਕਿਸ ਤਰੀਕੇ ਨਾਲ ਵੱਡੇ ਵੱਡੇ ਜਿਹੜੇ ਕੈਂਸਰ ਦੇ ਫੋੜੇ ਤੋਂ ਲੈ ਕੇ ਕੈਂਸਰ ਤੱਕ ਦੇ ਟ੍ਰੀਟਮੈਂਟ ਡਾਕਟਰ ਸਾਹਿਬ ਨੇ ਇੱਥੇ ਕੀਤੇ ਨੇ। ਅੱਜ ਤੁਹਾਨੂੰ ਮਿੱਟੀ ਦਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਕਿਸ ਤਰੀਕੇ ਨਾਲ ਕੀਤਾ ਜਾਂਦਾ ਉਹ ਅਸੀਂ ਦਿਖਾ ਰਹੇ ਹਾਂ। ਇੱਕ ਹੋਰ ਵੀਰ ਹੈਗਾ ਜਿਹੜਾ ਇੱਥੇ ਲੇਟਿਆ ਹੋਇਆ, ਔਰ ਇੱਕ ਗੁੜੀਆ ਹੈ ਜਿਹੜੀ ਇੱਥੇ, ਜਿਨ੍ਹਾਂ ਨੂੰ ਪ੍ਰੋਪਰ ਡਾਕਟਰ ਸਾਹਿਬ ਹੋਰਾਂ ਨੇ ਟ੍ਰੇਨਿੰਗ ਦਿੱਤੀ ਗਈ ਹੈ ਕਿ ਮਿੱਟੀ ਨਾਲ ਕਿਸ ਤਰੀਕੇ ਨਾਲ ਜਿਹੜਾ ਟ੍ਰੀਟਮੈਂਟ ਹੈ, ਇਲਾਜ ਹੈ। ਡਾਕਟਰ ਸਾਹਿਬ, ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਹੈ ਔਰ ਕੀ ਉਹਨਾਂ ਦੀ ਮਿੱਟੀ ਜਿਹੜੀ ਹੈ ਲਗਾਈ ਜਾ ਰਹੀ ਹੈ, ਇਸ ਵੇਲੇ ਤਿਆਰੀ ਕੀਤੀ ਜਾ ਰਹੀ ਹੈ ਮਿੱਟੀ ਲਗਾਉਣ ਦੀ? ਇਹ ਕੱਪੜਾ ਪਹਿਲਾਂ ਪਾਉਣਾ ਜੀ ਮਿੱਟੀ ਦੇ ਉੱਪਰ, ਕਿਵੇਂ ਕੱਪੜੇ ਦਾ ਕੀ ਹਿਸਾਬ ਹੈ ਜੀ? ਇਹ ਮੁੰਡਾ ਸਮਾਜ ਸੇਵੀ ਹੈ ਜੀ, ਰਿਟਾਇਰਡ ਫੌਜੀ ਹੈ। ਅੱਛਾ ਸੁਭਾਅ ਦਾ ਬੜਾ ਨਰਮ ਹੈ, ਕਿਉਂਕਿ ਸਾਰੀ ਜਵਾਨੀ ਹਿੰਦੁਸਤਾਨ ਦੀ ਸੇਵਾ ਚਲਾਈ ਹੈ। ਜੀ। ਤੇ ਮਿੱਟੀ ਜਿਹੜੀ ਹੈ, ਜਿਹੜਾ ਵੀ ਅੰਗ ਤੁਹਾਡਾ ਢਿੱਲਾ ਹੈ ਜੀ ਉੱਥੇ ਮਿੱਟੀ ਰੱਖ ਦਿਓ। ਜੀ ਕਿਸੇ ਦੇ ਪਿਸ਼ਾਬ ਦਾ ਬੰਨ ਪੈ ਗਿਆ, ਜੀ ਕਿਸੇ ਦੇ ਗਦੂਦ ਵੱਧ ਗਈ, ਜੀ ਕਿਸੇ ਦੇ ਟੈਸਟ 'ਚ ਪਤਾਲੂ ਵੱਧ ਗਏ, ਕੋਈ ਨਮਰਦਾ ਹੈ, ਕਿਸੇ ਦੇ ਬੱਚਾ ਨਹੀਂ ਪੈਦਾ ਹੁੰਦਾ ਸਪਰਮ, ਜੀ ਕਿਸੇ ਦੇ ਬੀਰਜ ਬਣ ਗਿਆ, ਨਾਲ ਜਾਣ ਨਿਕਲ ਗਿਆ, ਜੀ ਕਿੰਨੀਆਂ ਵੀ ਬਿਮਾਰੀਆਂ ਹੈ, ਉਸ ਅੰਗ ਦੇ ਉੱਤੇ ਮਿੱਟੀ ਰੱਖ ਦਿਓ। ਜੀ ਜੀ ਕਿਸੇ ਨੂੰ ਟੱਟੀ ਦਾ ਬੰਨ ਪੈਂਦਾ ਹੈ, ਜੀ ਹੁਣ ਇਹਦੇ ਅਸੀਂ ਦੇਖੋ ਸਿਰਫ ਪੇਡੂ ਤੇ ਮਿੱਟੀ ਰੱਖੀ ਹੈ, ਜੀ ਭਾਵ ਬਲੈਡਰ ਜੀ ਤੇ ਪਿਸ਼ਾਬ ਵਾਲੇ ਸਾਰੇ ਅੰਗ ਤੇ ਟੈਸਟਿਸ, ਜੀ ਸਿਰਫ ਇੰਨੇ ਥਾਂ ਤੇ ਰੱਖਣ ਨਾਲ ਜੀ ਯੂਰੀਨਰੀ ਬਲੈਡਰ, ਪੱਥਰੀਆਂ ਹੈ ਉਹ ਨਿਕਲ ਜਾਣਗੀਆਂ, ਪਿਸ਼ਾਬ ਦੀ ਸੋਜ ਹੈ ਉਹ ਨਿਕਲ ਜਾਣਗੀਆਂ, ਜੀ ਨਮਰਦਗੀ ਹੈ, ਜਵਾਨੀ ਆਜੂ, ਵੀਰ ਉਹੀ ਨਿਕਲ ਜਾਂਦਾ ਹੈ, ਉਹ ਕੰਟਰੋਲ 'ਚ ਹੋ ਜੂ। ਤੇ ਦੂਸਰਾ ਇੱਥੇ ਸਵੈਦਿਸ਼ਟਾਨ ਚੱਕਰ ਹੁੰਦਾ, ਜਿਹੜਾ ਅਧਿਆਤਮਵਾਦੀ ਜਾ ਕੇ ਅਸੀਂ ਦਿਮਾਗ ਨੂੰ ਉੱਚਾ ਕਰਦੇ ਹੁੰਦੇ ਹਾਂ, ਤਾਂ ਦਿਮਾਗ ਵਾਲਾ ਉਹ ਚੱਕਰ ਖੁੱਲ੍ਹਦਾ। ਹੁਣ ਤੁਹਾਡੇ ਸਾਹਮਣੇ ਨੌਜਵਾਨ ਮੁੰਡਾ ਪਿਆ, ਅਸੀਂ ਮਿੱਟੀ ਰੱਖ ਕੇ ਤੇ ਉਹਦੇ ਉੱਤੇ ਆਹ ਕੱਪੜਾ ਦੇਤਾ ਗਾ। ਤੇ ਕੁਝ ਕੋਈ ਘਰੇ ਹਰ ਬੰਦਾ ਮਿੱਟੀ ਰੱਖ ਕੇ ਉੱਤੇ ਗਿੱਲਾ ਕੱਪੜਾ ਰੱਖ ਲਿਆ, ਅੱਧਾ ਘੰਟਾ ਪੈ ਜੇ ਜੇ ਕੋਈ ਨੌਜਵਾਨ ਪਿਆ, ਔਰ ਇਹੀ ਮਿੱਟੀ ਅਸੀਂ ਉੱਪਰ ਰੱਖ ਦਿਓ, ਇੱਥੋਂ ਤੋਂ ਲੈ ਕੇ ਪੇਡੂ ਤੱਕ। ਹੁਣ ਢਿੱਡ 'ਚ ਦੇਖੋ ਰੱਬ ਨੇ ਕਿੰਨੇ ਅੰਗ ਲਾਏ ਆ, ਕੋਈ ਅੰਗ ਬਚਿਆ ਹੀ ਨਹੀਂ ਜਿਹੜਾ ਢਿੱਡ 'ਚ ਨਾ ਹੋਵੇ, ਤਾਂ ਸਾਰੇ ਅੰਗ ਢਿੱਡ ਵਾਲੇ ਦੇਖੋ। ਇੱਥੇ ਜਿਗਰ ਹੁੰਦਾ ਹੈ, ਜਦੋਂ ਇੱਥੇ ਸਾਰੇ ਮਿੱਟੀ ਰੱਖਤੀ, ਜਿਗਰ ਵੀ ਠੀਕ, ਲਿਵਰ, ਆਹ ਮਿਹਦਾ ਹੋ ਗਿਆ, ਸਟੋਮਿਕ, ਤਾਂ ਸਟੋਮਿਕ ਦੀਆਂ ਕਿੰਨੀਆਂ ਬਿਮਾਰੀਆਂ। ਇਹਦੇ ਬੋਥੜ ਦੀ ਫੋਟੋ ਆ ਜਾਵੇ, ਉਹਦੇ ਨੂੰ ਚਾਕਲਾ ਚੜੀ ਲੈ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਿੱਟੀ ਨਾਲ। ਦੇਖੋ ਇਹ ਡਾਕਟਰ ਸਾਹਿਬ ਸਿਰ ਤੇ ਅੱਖਾਂ ਤੇ ਕਿਉਂ ਰੱਖੀ ਹੈ ਜੀ? ਤਾਂ ਆਹ ਤਾਂ ਦੇਖ ਲਈ, ਦੇਖੋ ਇਹਦੇ ਢਿੱਡ ਤੇ ਅਸੀਂ ਮਿੱਟੀ ਰੱਖਤੀ। ਮਿੱਟੀ ਮੁਫਤ ਮਿਲਦੀ ਹੈ, ਹਰ ਜਗ੍ਹਾ ਤੇ ਮਿਲਦੀ ਹੈ, ਠੀਕ ਹੈ ਨਹੀਂ? ਗਿੱਲੀ ਕੀਤੀ, ਸਾਰਾ ਢਿੱਡ ਢਕਿਆ ਗਿਆ, ਤੇ ਉੱਤੇ ਗਿੱਲਾ ਕੱਪੜਾ ਰੱਖ ਲਓ, ਲੈ ਅੱਧਾ ਘੰਟਾ ਰੱਖ ਲਓ, ਆਰਾਮ ਨਾਲ ਪੈ ਜਾਓ। ਹੁਣ ਢਿੱਡ 'ਚ ਜਿੰਨੇ ਵੀ ਅੰਗ ਹੈ ਸਾਰਿਆਂ ਦੇ ਸਾਰਿਆਂ ਨੂੰ ਚੁੰਬਕੀ ਕਰੰਟ ਮਿਲ ਗਿਆ, ਚਮੜੀ ਦੇ ਰਾਹੀਂ ਸਾਰੇ ਮਿੱਟੀ ਦੇ ਤੱਤ ਲਹੂ ਤੇ ਦਿਮਾਗ ਨੂੰ ਸ਼ਕਤੀ ਮਿਲ ਗਈ। ਫਿਰ ਸਿਰ ਵਾਲਾ ਕੀ ਪੋਰਸ਼ਨ, ਸਿਰ ਦੇ ਪੋਰਸ਼ਨ ਤੇ ਵੀ ਰੱਖੀ ਗਈ ਹੈ ਜੀ ਮਿੱਟੀ? ਹਾਂਜੀ, ਮੰਨ ਲਓ ਕਿਸੇ ਦੇ, ਮੰਨ ਲਓ ਕੋਈ ਬੰਦਾ ਪਾਗਲ ਹੋ ਗਿਆ,
ਮੈਂਟਲ ਹੈ ਜੀ ਡਿਸਟਰਬ ਹੋ ਗਿਆ ਮਾਈਂਡ ਹਾਂ ਡਿਸਟਰਬ ਹੋ ਗਿਆ ਜਾਂ ਉਹਦੇ ਬਿਜਲੀ ਸੇਕੇ ਲੱਗਦੇ ਆ ਜੀ ਜਿਹਨੂੰ ਆਪਾਂ ਕਹਿੰਦੇ ਪਾਗਲ ਹੈ ਸੰਗਲ ਰੱਖ ਲਾ ਜੀ ਮੰਨ ਲਓ ਕੋਈ ਅੰਨਾ ਹੋ ਰਿਹਾ ਹੈ ਜੀ ਮੰਨ ਲਓ ਕਿ ਇਹਦੇ ਐਨਕ ਲੱਗੀ ਵੀ ਹੈ ਤਾਂ ਦਿਨੋਂ ਦਿਨ ਨੰਬਰ ਵਧੀ ਜਾਂਦੇ ਆ ਜੀ ਮੰਨ ਲਓ ਐਨਕ ਤੋਂ ਬਾਅਦ ਅੱਖਾਂ ਦੇ ਵਿੱਚੋਂ ਲੈਂਜ ਪਏ ਹੁੰਦੇ ਆ ਟੀਕੇ ਲੱਗੇ ਹੁੰਦੇ ਆ ਜੀ ਮੰਨ ਲਓ ਕਿਸੇ ਨੂੰ ਕਾਲਾ ਮੋਤੀ ਹੈ ਜੀ ਮੰਨ ਲਓ ਕਿਸੇ ਨੂੰ ਟੀਰ ਹੈ ਅੱਖਾਂ ਦੀ ਕੋਈ ਵੀ ਬਿਮਾਰੀ ਹੈ ਉਹਦੇ ਉੱਤੇ 20 ਮਿੰਟ ਦਾ ਘੰਟਾ ਇੱਕੋ ਮਿੱਟੀ ਰੱਖ ਦਿਓ ਜਿੱਕੂ ਇਹਦੇ ਤੇ ਰੱਖੀ ਵੀ ਹੈ ਫਿਰ ਡਾਕਟਰ ਸਾਹਿਬ ਇਹਦੇ ਵਾਸਤੇ ਤਾਂ ਬੜੀ ਟ੍ਰੇਨਿੰਗ ਵੀ ਚਾਹੀਦੀ ਹੁੰਦੀ ਹੋਏਗੀ ਦੇਖੋ ਟ੍ਰੇਨਿੰਗ ਵਾਸਤੇ ਤਾਂ ਤੁਹਾਨੂੰ ਦੱਸਿਆ ਵੀ 19 ਮੈਡੀਕਲ ਕਾਲਜ ਹੈ +2 ਮੈਡੀਕਲ ਸਾਇੰਸ ਪਾਸ ਕਰੂਗਾ ਫਿਰ ਉਹਦੀ ਸਿਲੈਕਸ਼ਨ ਹੋਊ ਫਿਰ 5.5 ਸਾਲ ਦਾ ਕੋਰਸ ਹੈ ਫਿਰ ਡਿਗਰੀ ਮਿਲੂ BNYS 19 ਮੈਡੀਕਲ ਕਾਲਜ ਭਾਰਤ ਸਰਕਾਰ ਨੇ ਖੋਲ੍ਹੇ ਹੈ ਸਾਇੰਟੀਫਿਕ ਵਿੱਦਿਆ ਆਮ ਬੰਦਾ ਕਹੂਗਾ ਕੀ ਮਿੱਟੀ ਪਾਣੀ 'ਚ ਹੈ ਭਾਰਤ ਸਰਕਾਰ ਦੀ ਇਸ ਵੇਲੇ ਸਭ ਤੋਂ ਅਖੀਰਲੀ ਜੇ ਦੇਣ ਹੈ ਤਾਂ ਨੇਚਰੋਪੈਥੀ ਹੈ ਅੱਛਾ ਫਿਰ ਡਾਕਟਰ ਸਾਹਿਬ ਜਿਹੜੇ ਤੁਹਾਡੇ ਕੋਲ ਮਰੀਜ਼ ਆਉਂਦੇ ਨੇ ਹਮੇਸ਼ਾ ਤੁਸੀਂ ਕਿਉਂਕਿ ਬਹੁਤ ਸਾਰੇ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਦੇਖਿਆ ਜਾਂਦਾ ਹਰ ਵਾਰ ਤੁਹਾਡੇ ਕੋਲ ਆਉਣਾ ਤਾਂ ਇੱਥੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਵਾਸਤੇ ਜਿਹੜਾ ਢੁਕਵਾ ਨਹੀਂ ਹੋ ਸਕਦਾ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਾਂ ਹਜ਼ਾਰਾਂ ਮੀਲ ਦੂਰ ਬੈਠੇ ਤੁਹਾਨੂੰ ਵੇਖ ਰਹੇ ਨੇ ਫਿਰ ਉਹਨਾਂ ਨੂੰ ਤੁਸੀਂ ਟ੍ਰੇਨਿੰਗ ਦੇ ਕੇ ਇੱਥੋਂ ਤੋਰਦੇ ਹੋ ਮਰੀਜ਼ ਨੂੰ ਚੈੱਕਅਪ ਕਰਕੇ ਜੇ ਤਾਂ ਉਹਨੂੰ ਇਕੱਲਾ ਟ੍ਰੇਨਿੰਗ ਦੀ ਲੋੜ ਹੈ ਤਾਂ ਉਹਨੂੰ 1-2 ਦਿਨ 'ਚ ਉਹਨੂੰ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਕਹਿੰਦੇ ਲੈ ਵੀ ਮੂਵੀ ਬਣਾਈ ਚੱਲ ਘਰੇ ਕਰੀ ਚੱਲ ਜਿਹੜੇ ਸੀਰੀਅਸ ਹੈ ਉਹਨਾਂ ਨੂੰ ਬਿਮਾਰੀ ਦੇ ਮੁਤਾਬਕ ਇੱਥੇ ਰੱਖਿਆ ਜਾਂਦਾ ਹੈ ਕਿਉਂਕਿ ਮਿੱਟੀ ਦਾ ਵੀ ਇਲਾਜ ਹੈ ਪਾਣੀ ਦਾ ਵੀ ਇਲਾਜ ਹੈ ਖੁਰਾਕ ਦਾ ਵੀ ਇਲਾਜ ਹੈ ਉਹ ਸਾਰੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀਂ ਅੱਜ ਜੇ ਤੁਹਾਡੇ ਕੋਲੇ ਸਮਾਂ ਹੋਇਆ 3 ਮਰੀਜ਼ ਮੇਰੇ ਕੋਲੇ ਫੋਰਨ ਕੰਟਰੀ ਤੋਂ ਆ ਕੇ ਇੱਕ ਉਹ ਮੋਟੀ ਜਿਹੀ ਕੁੜੀ ਹੈ ਅਰਬ ਤੋਂ ਖਬਰ ਨਹੀਂ ਕਿੱਥੋਂ ਇੱਕ ਦੁਬਈ ਤੋਂ ਹੈ ਇੱਕ ਅਮਰੀਕਾ ਤੋਂ ਹੈ ਇੱਕ ਇੰਗਲੈਂਡ ਤੋਂ ਆਈ ਵੀ ਹੈ ਅਤੇ ਇੱਕ ਹੋਰ ਕੰਟਰੀ ਤੋਂ ਆਸਟ੍ਰੇਲੀਆ ਤੋਂ 4 ਕੁੜੀਆਂ 4 ਨੂੰ ਕੈਂਸਰ ਹੈ ਅਤੇ ਇੱਕ ਨੂੰ ਢੂਈ ਦੇ ਹੈ ਬਾਹਰਲੇ ਦੇਸ਼ 'ਚੋਂ ਆਏ ਹੋਏ ਅਗਰ ਸਮਾਂ ਤਾਂ ਤੁਸੀਂ ਉਹਨਾਂ ਨਾਲ ਇਲਾਜ ਉਹਨਾਂ ਦਾ ਵੀ ਇਹੀ ਚੱਲ ਰਿਹਾ ਹੈਗਾ ਜੀ ਜ਼ਰੂਰ ਅਸੀਂ ਗੱਲਬਾਤ ਕਰਾਂਗੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਕਿਸ ਤਰੀਕੇ ਨਾਲ ਡਾਕਟਰ ਗੁਰਮੇਲ ਸਿੰਘ ਵਿਰਕ ਜਿਹੜੇ ਕਿ ਪੂਰੀ ਦੁਨੀਆ ਦੇ ਨਾਮਵਰ ਨੈਚੁਰਲ ਪੈਥਾਂ ਦੇ ਵਿੱਚੋਂ ਨੇ ਔਰ ਉਹਨਾਂ ਨੇ ਜਿਹੜਾ ਯੋਗਾ ਸੈਂਟਰ ਹੈਗਾ ਮਿੱਟੀ ਪਾਣੀ ਹਵਾ ਰੌਸ਼ਨੀ ਦੇ ਜ਼ਰੀਏ ਜਿਹੜਾ ਇਲਾਜ ਕਰਨ ਦਾ ਤਰੀਕਾ ਇੱਥੇ ਅਪਣਾਇਆ ਹੋਇਆ ਹੈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਮਿੱਟੀ ਨਾਲ ਕਿਸ ਤਰੀਕੇ ਨਾਲ ਜਿਹੜਾ ਟ੍ਰੀਟਮੈਂਟ ਹੈਗਾ ਉਹ ਇੱਥੇ ਕੀਤਾ ਜਾਂਦਾ ਹੈ ਇਹਨਾਂ ਨੂੰ ਕੀ ਇਸ ਦੇ ਨਾਲ ਕੀ ਫਰਕ ਪੈਣਾ ਜੀ ਇਸ ਮਿੱਟੀ ਨਾਲ ਇਹ ਗੁੜੀਆ ਨੂੰ ਅਸੀਂ ਮਿੱਟੀ ਰੱਖ ਕੇ ਉੱਪਰ ਗਿੱਲਾ ਕੱਪੜਾ ਪਾਇਆ ਹੋਇਆ ਇਹਦੀ ਮਿੱਟੀ ਦੇ ਰੱਖਣ ਨਾਲ ਇਹਦੇ ਢਿੱਡ 'ਚ ਮੰਨ ਲਓ ਜਿੰਨੇ ਵੀ ਨੁਕਸ ਹੈ ਉਹ ਦੂਰ ਹੋਣਗੇ ਨੌਜਵਾਨ ਕੁੜੀ ਹੈ ਜੀ ਜੀ ਮੈਸੇਜ ਦੀ ਪ੍ਰੋਬਲਮ ਹੈ ਮਾਹਵਾਰੀ ਕਿਤੇ ਵੱਧ ਆ ਗਏ ਕਿਤੇ ਘੱਟ ਆ ਗਏ ਜੀ ਠੀਕ ਨਹੀਂ ਇਰੈਗੂਲਰ PCOD ਦੀ ਬਿਮਾਰੀ ਹੈ ਜੀ ਤਾਂ ਉਹਦੇ ਵਾਸਤੇ ਇਹਨੇ ਅਸੀਂ ਮਿੱਟੀ ਰੱਖ ਰਹੇ ਹਾਂ ਬੱਚੇਦਾਨੀ ਅੰਡੇਦਾਨੀ ਫਿਰ ਇਹਦੇ ਮਿਹਦੇ ਵਿੱਚ ਵੀ ਗੜਬੜ ਹੈ ਜੀ ਉਹਦੇ ਵਾਸਤੇ ਮਿੱਟੀ ਹੈ ਜੀ ਫਿਰ ਇਹ ਥੋੜ੍ਹਾ ਅੰਡਰਵੇਟ ਜਾ ਰਹੀ ਹੈ ਜੀ ਕਈ ਲੋਕ ਤਾਂ ਸਾਡੇ ਕੋਲੇ ਮਿੱਟੀਆਂ ਰਖਾਉਂਦੇ ਆ ਮੋਟਾਪੇ ਨੂੰ ਘਟਾਉਣ ਵਾਸਤੇ ਔਰ ਇਹ ਬੇਟੀ ਦੇ ਮਿੱਟੀ ਰੱਖ ਰਹੀ ਹੈ ਮੋਟਾਪੇ ਨੂੰ ਵਧਾਉਣ ਵਾਸਤੇ ਤੇ ਮੱਥੇ ਤੇ ਮਿੱਟੀ ਹੈ ਠੀਕ ਨਹੀਂ ਕਿਉਂਕਿ ਇਹਦੇ ਇੱਥੋਂ ਆ ਸਾਰੇ ਸਹੇਲੀਆਂ ਕਾਲੀਆਂ ਹੋ ਚੁੱਕੀਆਂ ਸੀਗੀਆਂ ਚਿੱਟਾ ਹੋਣਾ ਇਸਨੇ ਠੀਕ ਹੈ ਔਰ ਖੁਦ ਇਹ ਡਾਕਟਰ ਨਹੀਂ ਹੈ ਫਿਜ਼ੀਓਥੈਰੇਪਿਸਟ ਹੈ ਲਾਈਨ ਲੱਗੀ ਹੁੰਦੀ ਹੈ ਇਹਦੇ ਕੋਲ ਇਹਦੇ ਹਸਪਤਾਲ ਦੇ ਵਿੱਚ ਤੇ ਇੰਨਾ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਤੇ ਆ ਗਈ ਸਾਡੇ ਮਿੱਟੀ ਵਾਲਿਆਂ ਦੇ ਲਿਬਣ ਤੇ ਬਣ ਆ ਪਈ ਆ ਵਿਚਾਰੀ ਅਸੀਂ ਗੱਲਬਾਤ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਕੀ ਨਾਂ ਹੈ ਜੀ ਤੁਹਾਡਾ ਸੁਖਵੀਰ ਜੀ ਅੱਛਾ ਸੁਖਬੀਰ ਜੀ ਤੁਸੀਂ ਫਿਜ਼ੀਓਥੈਰੇਪਿਸਟ ਹੋ ਹਾਂਜੀ ਅੱਛਾ ਤੇ ਫਿਰ ਇੱਥੇ ਤੁਸੀਂ ਡਾਕਟਰ ਸਾਹਿਬ ਕੋਲ ਆਉਣੇ ਹੋ ਇੱਥੇ ਕੀ ਪ੍ਰੋਬਲਮ ਕੀ ਹੈ ਕੀ ਪ੍ਰੋਬਲਮ ਆਪਣੀ ਤੁਸੀਂ ਸਾਡੇ ਨਾਲ ਜੇ ਸ਼ੇਅਰ ਕਰਨਾ ਚਾਹੋ ਤਾਂ ਕਰ ਸਕਦੇ ਹੋ ਵੈਸੇ ਤਾਂ ਡਾਕਟਰ ਸਾਹਿਬ ਨੇ ਦੱਸ ਹੀ ਦਿੱਤਾ ਜੀ ਸੇਮ ਹੀ ਪ੍ਰੋਬਲਮਸ ਆ ਹਨਾ ਅੰਡਰਵੇਟ ਹੈ ਹਾਂਜੀ weight ਵਧਾਉਣਾ ਤੁਸੀਂ ਹਾਂਜੀ ਹਾਂਜੀ ਅੱਛਾ ਤੇ ਕਿੰਨਾ ਕੁ ਫਰਕ ਕਿੰਨਾ ਕੁ ਪੈ ਰਿਹਾ ਤੁਹਾਨੂੰ ਥੈਰੇਪੀ ਲੈਣ ਨਾਲ ਅੱਗੇ ਨਾਲੋਂ ਬਹੁਤ ਕਾਫੀ ਫਰਕ ਹੈ ਜੀ ਤੇ weight 'ਚ ਵੀ weight gain 'ਚ ਵੀ ਠੀਕ ਹੋ ਗਿਆ ਜਿੱਦਾਂ ਕਿ ਮੈਂ ਐਲੋਪੈਥੀ ਮੈਡੀਸਨ ਬਹੁਤ ਲੈ ਲਈ ਸੀ ਤੇ weight gain 'ਚ ਕੋਈ ਵੀ ਮੈਂ ਹੋਇਆ ਨਹੀਂ ਸੀ ਇੱਦਾਂ ਤੇ ਬਟ ਜਿੱਦਾਂ ਇੱਥੋਂ ਟ੍ਰੀਟਮੈਂਟ ਲੈ ਰਹੇ ਹਾਂ ਉਹ ਕਾਫੀ ਫਰਕ ਹੈ weight ਵੀ ਅੱਗੇ ਨਾਲੋਂ
ਕਾਫੀ ਅਗੇਨ ਹੋਇਆ ਹੈ। ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਡਾਕਟਰ ਸਾਹਿਬ ਫਿਰ ਤਾਂ ਕਮਾਲ ਦੇ ਫਾਰਮੂਲੇ ਨੇ। ਡਾਕਟਰ ਸਾਹਿਬ ਇਹ ਜਿਹੜੇ ਇਹ ਫਾਰਮੂਲੇ ਹੈਗੇ ਨੇ, ਫਿਰ ਜਿਹੜੇ ਸਾਡੇ ਲੋਕ ਨੇ ਛੋਟੀ ਜੀ ਸਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਹਸਪਤਾਲਾਂ ਦੇ ਗੇੜੇ ਖਾਣੇ ਸ਼ੁਰੂ ਕਰ ਦਿੰਦੇ ਆ, ਪਰ ਕੁਦਰਤ ਨੇ ਜੋ ਮੈਂ ਇੱਥੇ ਆ ਕੇ ਤੁਹਾਡੇ ਕੋਲੋਂ ਦੇਖ ਰਿਹਾ ਸਮਝ ਰਿਹਾ, ਤੇ ਕੁਦਰਤ ਤਾਂ ਬੜੀ ਬਲਵਾਨ ਹੈਗੀ ਜੀ। ਮੈਨੂੰ ਲੱਗਦਾ ਹੈ ਕਿ ਜੇਕਰ ਪ੍ਰਮਾਤਮਾ ਕਰੇ ਸਾਡੇ ਪੰਜਾਬ ਦੇ ਵਿੱਚ ਤੁਹਾਡੇ ਵਰਗੇ 5-7 ਡਾਕਟਰ ਆ ਜਾਣ ਤੇ ਹਸਪਤਾਲਾਂ ਨੇ ਤਾਂ ਫਿਰ ਵਿਹਲੀ ਬੈਠ ਜਾਣ ਜੀ। ਦੇਖੋ ਬਹੁਤ ਸਾਰੇ ਸੂਬਿਆਂ ਨੇ ਤੁਹਾਡੀ ਇੱਛਾ ਦੇ ਮੁਤਾਬਕ ਮੈਡੀਕਲ ਕਾਲਜ ਵੀ ਖੋਲ੍ਹੇ ਤੇ ਨੇਚਰੋਪੈਥੀ ਦੇ ਹਸਪਤਾਲ ਵੀ ਖੋਲ੍ਹੇ ਹੈ ਅਲੱਗ-ਅਲੱਗ ਸੂਬਿਆਂ ਦੇ ਵਿੱਚ। ਉਹਨਾਂ ਸੂਬਿਆਂ 'ਚ ਹਜੇ ਹਰਿਆਣਾ, ਪੰਜਾਬ, ਯੂਪੀ ਤੇ ਹਿਮਾਚਲ ਪ੍ਰਦੇਸ਼ ਪਿੱਛੇ ਹੈ। ਜਿਹੜੇ ਉਧਰਲੇ ਸੂਬੇ ਹੈ ਨਾਰਥ ਸਾਈਡ ਦੇ, ਨਾਰਥ ਜਾਂ ਕਿਹੜੀ ਸਾਈਡ ਦੇ ਵੀ, ਜਿੱਧਰ ਬੰਗਲੌਰ ਸਾਈਡ ਵੱਲ ਆਪਾਂ ਕਹਿੰਦੇ ਹਾਂ ਕਰਨਾਟਕਾ, ਉਧਰ ਹਰ ਜ਼ਿਲ੍ਹੇ 'ਚ ਕਹਿ ਲਓ ਤੇ ਜਾਂ ਹਰ ਸੂਬੇ ਦੇ ਵਿੱਚ ਅਨੇਕਾਂ ਹੀ ਨੇਚਰੋਪੈਥੀ ਦੇ ਮੈਡੀਕਲ ਕਾਲਜ ਵੀ ਹੈ ਤੇ ਹਸਪੀਟਲ ਵੀ ਹੈ। ਜਿੱਥੇ ਤੁਸੀਂ ਅੱਜ ਖੜ੍ਹੇ ਹੋ ਇਹ ਰਿਸਰਚ ਸੈਂਟਰ ਹੈ ਇੰਡੀਆ ਦਾ, CCR। ਇੱਥੇ ਅਸੀਂ ਉਹਨਾਂ ਬਿਮਾਰੀਆਂ ਦੇ ਉੱਤੇ ਰਿਸਰਚ ਵੀ ਕਰਦੇ ਹਾਂ, ਖੋਜ ਵੀ ਕਰਦੇ ਹਾਂ ਕੋਈ ਨਵੀਂ ਚੀਜ਼ ਕੱਢਣ ਦੀ, ਤੇ ਮਰੀਜ਼ਾਂ ਦਾ ਇਲਾਜ ਕਰਕੇ ਉਹਨਾਂ ਨੂੰ ਟ੍ਰੇਨਿੰਗ ਵੀ ਦੇ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਇਹ ਕੁੜੀ ਨੂੰ ਦੇਖ ਰਹੇ ਹੋ, ਯਾਨੀ ਮੋਟੀ ਜੀ ਗੱਲ ਕਹਿ ਲਓ, ਪੈਰਾਂ ਤੋਂ ਲੈ ਕੇ ਸਿਰ ਤੱਕ ਕੋਈ ਬਿਮਾਰੀ ਹੈ, ਚਾਹੇ ਦੰਦਾਂ ਦੀ ਹੈ, ਚਾਹੇ ਜੀਭ ਦੀ ਹੈ, ਚਾਹੇ ਬੁੱਲ੍ਹਾਂ ਦੀ ਹੈ, ਚਾਹੇ ਛਾਤੀ ਦੀ ਹੈ, ਚਾਹੇ ਪ੍ਰਾਈਵੇਟ ਪਾਰਟਸ ਦੀ ਹੈ, ਠੀਕ ਹੈ। ਸਾਰੇ ਦੀਆਂ ਬਿਮਾਰੀਆਂ ਦਾ ਇਲਾਜ ਇਕੱਲਾ ਮਿੱਟੀ ਨਾਲ ਜਿਹੜੀ ਕਿ ਮੁਫਤ ਮਿਲਦੀ ਹੈਗੀ। ਸਿਰਫ ਲਾਉਣ ਦਾ ਢੰਗ ਤੇ ਖਾਣ ਦਾ ਤੇ ਵਰਤਣ ਦਾ ਢੰਗ ਵੱਖਰਾ ਵੱਖਰਾ। ਕੋਣਾ ਬੇਟੀ ਨੂੰ ਨਾਲ PCOD ਹੈ। PCOD ਦਾ ਮਤਲਬ ਹੁੰਦਾ ਹੈ ਜਨਾਨੇ ਅੰਗ 'ਚ ਜਿਹੜੀਆਂ ਆਂਡੇਦਾਨੀਆਂ ਹੁੰਦੀਆਂ ਉਹਦੇ ਵਿੱਚ ਸੌਲੀਆਂ। ਲੈ ਉਹਦਾ ਸਾਡੇ ਐਲੋਪੈਥੀ 'ਚ ਕੋਈ ਇਲਾਜ ਨਹੀਂ, ਸਾਰੀ ਉਮਰ ਗੋਲੀ ਖਾਓ ਤੇ ਜਾਂ ਉਹਦੇ ਟੀਕੇ ਲਵਾ ਲਓ, ਨਾ ਬੱਚਾ ਪੈਦਾ ਹੋ ਸਕੇ ਤੇ ਨਾ ਕੱਪੜੇ ਠੀਕ ਹੋਣ। ਲੈ ਇਹਦੇ ਉਹ ਠੀਕ ਹੈ। ਮਿੱਟੀ ਇੱਕ ਰੋਜ਼ ਰੱਖ ਲੈਣੀ ਹੈ ਤੇ ਪੈਰਾਂ ਭਾਰ ਕਹਿਣਾ ਭਾਈ ਰੋਜ਼ ਨੰਗ ਮਿੱਟੀ ਦੇ ਤੁਰ ਲਾ ਤੇ ਸ਼ੁੱਧ ਖੁਰਾਕ ਖਾ ਲਾ, ਜਿਹੜੀ ਤੁਸੀਂ ਆ ਜਿਹੜੀ ਲੋਕਾਂ ਨੂੰ ਦੱਸ ਰਹੇ ਹੋ। ਜੀ। ਅੱਛਾ ਫਿਰ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ, ਇਹ ਕਿਹੜੀ ਥਾਂ ਦੇ ਉੱਤੇ ਆ ਰਿਸਰਚ ਸੈਂਟਰ, ਤੇ ਕਿਹੜੇ ਦਿਨ ਦੇ ਵਿੱਚ ਮਿਲਦੇ ਹੋ, ਔਰ ਕਿਹੜੀ ਤੁਹਾਡੀ ਜਿਹੜੀ ਹੈ ਉਹ ਸਮਾਂ ਰਹਿੰਦਾ ਮਿਲਣ ਦਾ ਤੁਹਾਨੂੰ ਜੇ ਮਿਲਣਾ ਹੋਵੇ ਕਿਸੇ ਮਰੀਜ਼ ਨੇ? ਦੇਖੋ ਜਗ੍ਹਾ ਤਾਂ ਪਿੰਡ ਭਦੌੜ, ਜ਼ਿਲ੍ਹਾ ਬਰਨਾਲਾ, ਸਟੇਟ ਪੰਜਾਬ ਤੇ ਦੇਸ਼ ਹੈਗਾ ਇੰਡੀਆ ਭਾਰਤ। ਠੀਕ ਹੈ ਡਾਕਟਰ ਸਾਹਿਬ ਇਹ ਮੇਰੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ, ਤੁਸੀਂ ਇੱਥੇ ਭਦੌੜ ਨੂੰ ਹੀ ਕਿਉਂ ਚੁਣਿਆ? ਵੱਡੇ ਵੱਡੇ ਲੋਕ ਤੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਟ੍ਰੀਟਮੈਂਟ ਨੇ ਉਹ ਲੈ ਕੇ ਆਉਂਦੇ ਨੇ, ਤੁਸੀਂ ਬਿਲਕੁਲ ਇੱਕ ਪਾਸੇ ਪੰਜਾਬ ਦੇ ਇੱਕ ਕੋਨੇ ਦੇ ਉੱਤੇ ਬੈਠੇ। ਮੈਂ ਜਦੋਂ ਐਲੋਪੈਥੀ 'ਚੋਂ ਰਿਟਾਇਰ ਹੋਇਆ ਸੀ ਬਤੌਰ CMO, ਉਦੋਂ ਮੇਰੇ ਮਨ 'ਚ ਸ਼ੌਕ ਸੀ ਵੀ ਯਾਰ ਮੈਂ ਐਲੋਪੈਥ ਦਾ ਡਾਕਟਰ ਹੈਗਾ, ਲੱਖਾਂ ਲੋਕਾਂ ਤੋਂ ਮੈਂ ਆਸ਼ੀਰਵਾਦ ਵੀ ਲਏ, ਪਰ ਮਨ ਦੁਖਦਾ ਹੁੰਦਾ ਸੀ ਵੀ ਜਿਹਨੂੰ ਮੈਂ ਵੱਢਤਾ, ਕਿਤੇ ਲੱਤ ਵੱਢਤੀ, ਕਿਤੇ ਪਿੱਤਾ ਕੱਢਤਾ, ਠੀਕ ਹੈ, ਤੇ ਅੰਗ ਤਾਂ ਉਹਨੂੰ ਤਾਂ ਅੰਗਹੀਣਾ ਕਰਤਾ, ਨਾਲੇ ਉਹ ਤੋਂ ਮੈਂ ਆਸ਼ੀਰਵਾਦ ਲੈਣਾ ਵੀ ਮੈਂ ਬੜਾ ਵਾਅਦਾ ਕੀਤਾ। ਉਦੋਂ ਮਨ 'ਚ ਸ਼ੌਕ ਸੀ ਵੀ ਕੋਈ ਨਾ ਕੋਈ ਚੀਜ਼ ਮੈਂ ਐਸੀ ਕਰਾਂ ਜਿਹਦੇ ਨਾਲ ਸੱਚਮੁੱਚ ਪੱਕਾ ਇਲਾਜ ਹੋਵੇ। ਉਦੋਂ ਫਿਰ ਮੈਂ ਆਪਦੇ ਤੌਰ 'ਤੇ ਟਰਾਇਲ ਕੀਤੀ ਸੀ, ਜਿਹਦੇ ਨਾਲ ਬਲੱਡ ਸ਼ੂਗਰ ਤੇ ਸਾਹ ਦਮਾ ਬਿਨਾਂ ਕਿਸੇ ਦਵਾਈਆਂ ਤੋਂ ਮਿੱਟੀ ਪਾਣੀ ਨਾਲ ਠੀਕ ਹੋ ਗਿਆ ਸੀ। ਉਹ ਰਿਸਰਚ ਪਾਸ ਹੋ ਗਈ। ਭਾਰਤ ਸਰਕਾਰ ਦਾ ਜਿਹੜਾ ਰਿਸਰਚ ਡਿਪਾਰਟਮੈਂਟ ਹੈ ਮੈਂ ਉਹਦੇ ਨਾਲ ਜੁੜ ਗਿਆ ਤੇ ਮੈਂ ਕਿਹਾ ਵੀ ਮੈਂ ਤਾਂ ਹਰ ਵਿਸ਼ੇ 'ਤੇ ਰਿਸਰਚ ਕਰਨੀ। ਹੁਣ ਮੈਂ ਫੋੜੇ ਤੋਂ ਲੈ ਕੇ ਕੈਂਸਰ ਤੱਕ ਰਿਸਰਚ ਕਰ ਰਿਹਾ, ਰਿਸਰਚਾਂ ਪਾਸ ਹੋ ਰਹੀਆਂ, ਮਹਿਕਮਾ ਉਹਨੂੰ ਅੱਗੇ ਪ੍ਰਚਾਰ ਕਰ ਰਿਹਾ ਘਰ ਘਰ। ਉਸ ਪ੍ਰਚਾਰ ਨਾਲ ਲੋਕ, ਰਹੀ ਗੱਲ ਸੀ ਮਿਲਣ ਦੀ, ਵੀਰਵਾਰ ਦਾ ਦਿਨ ਮੇਰਾ ਆਫ ਹੁੰਦਾ ਹੈ। ਜਿਹੜੇ ਨਵੇਂ ਮਰੀਜ਼ ਨੇ ਆਉਣਾ ਉਹਨਾਂ ਨੂੰ ਅਸੀਂ ਹੁਣ ਕਹਿਣ ਲੱਗੇ ਵੀ ਮੰਗਲਵਾਰ ਨੂੰ ਸ਼ਾਮ ਨੂੰ ਮੇਰੇ ਕੋਲ ਆ ਕੇ ਰੁਕੋ, ਮੇਰਾ 2 ਘੰਟੇ ਦਾ ਲੈਕਚਰ ਹੁੰਦਾ ਲਾਈਫ ਸਟਾਈਲ ਦਾ, ਉਹ ਸੁਣੋ। ਬੁੱਧਵਾਰ ਨੂੰ ਇਕੱਲਾ ਮੈਂ ਨਵੇਂ ਮਰੀਜ਼ ਹੀ ਦੇਖਦਾ। ਵੀਰਵਾਰ ਬੰਦ ਹੁੰਦਾ ਹੈ ਕਿਉਂਕਿ ਵੀਰਵਾਰ ਸਾਰੇ ਵਰਕਰਾਂ ਨੂੰ ਮੈਂ ਘੁਮਾਉਣ ਫਿਰਾਉਣ ਲੈ ਕੇ ਜਾਣਾ ਹੁੰਦਾ, ਕਿਉਂਕਿ ਲੜਕੀਆਂ ਕੰਮ ਕਰਦੀਆਂ, ਉਹਨਾਂ ਦੀ ਇੱਛਾ ਹੁੰਦੀ ਹੈ ਵੀ ਸਾਨੂੰ ਡਾਕਟਰ ਬਣ ਕੇ ਨਹੀਂ ਪਿਓ ਬਣ ਕੇ ਸਾਨੂੰ ਘੁਮਾ। ਤੇ ਅੱਜ ਵੀ ਮੈਂ ਉਹਨਾਂ ਨੂੰ ਲੈ ਕੇ ਜਾਣਾ ਕਿਉਂਕਿ ਵੀਰਵਾਰ ਹੈ। ਤੇ ਬਾਕੀ ਮਰੀਜ਼ਾਂ ਜਿਹੜੇ ਪੁਰਾਣੇ ਆ ਉਹਨਾਂ ਨੂੰ ਰੋਜ਼ ਦੇਖਿਆ ਜਾਂਦਾ ਹੈ, ਦੇਖਿਆ ਵੀ ਉਹਨਾਂ ਨੂੰ ਜਾਂਦਾ ਜਿਹੜੇ ਸਵੇਰ ਦੇ 8 ਵਜੇ ਤੋਂ ਪਹਿਲਾਂ ਆ ਜਾਂਦੇ ਆ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਡਾਕਟਰ ਗੁਰਮੇਲ ਸਿੰਘ ਜਿਨ੍ਹਾਂ ਦਾ ਰਿਸਰਚ ਸੈਂਟਰ ਅਤੇ ਤੁਹਾਨੂੰ ਮਿੱਟੀ ਦੇ ਜ਼ਰੀਏ ਇਲਾਜ ਕਰਨ ਦਾ ਟ੍ਰੀਟਮੈਂਟ ਹੈ ਜਿਹੜਾ ਉਹ ਦਿਖਾਇਆ। ਤੇ ਉਮੀਦ ਕਰਦੇ ਹਾਂ ਕਿ ਜੇਕਰ ਇਸ ਵੀਡੀਓ ਦੇ ਜ਼ਰੀਏ ਇੱਕ ਕਿਸੇ ਮਰੀਜ਼ ਨੂੰ ਅਸੀਂ ਕਹਿ ਲਈਏ ਕਿ ਰਾਹਤ ਅਸੀਂ ਦਿਵਾਉਣ ਦੇ ਵਿੱਚ ਕਾਮਯਾਬ ਹੁੰਦੇ ਹਾਂ, ਤਾਂ ਇਹ ਸਾਡੇ ਲਈ ਬੜੀ ਵੱਡੀ ਹੈ ਜਿਹੜੀ ਉਹ ਗੱਲ ਸਾਬਿਤ ਹੋ ਸਕਦੀ ਹੈ। ਸੋ
ਸੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਇਹ ਰਿਸਰਚ ਸੈਂਟਰ ਹੈਗਾ ਜਿੱਥੇ ਮਿੱਟੀ ਦੇ ਜ਼ਰੀਏ ਟ੍ਰੀਟਮੈਂਟ ਹੈਗਾ, ਇਲਾਜ ਹੈਗਾ, ਉਹ ਕੀਤਾ ਜਾ ਰਿਹਾ। ਇੱਕ ਹੋਰ ਮਰੀਜ਼ ਨੇ ਜਿਹੜੇ ਇੱਥੇ ਉਹ ਇਸ ਕਮਰੇ ਦੇ ਵਿੱਚ ਪਾਏ ਗਏ ਆ, ਜਿਨ੍ਹਾਂ ਨੂੰ ਇਸ ਬਾਬਤ ਵੀ ਡਾਕਟਰ ਸਾਹਿਬ ਨੂੰ ਅਸੀਂ ਪੁੱਛਾਂਗੇ ਕਿ ਇਹਨਾਂ ਨੂੰ ਕੀ ਪ੍ਰੋਬਲਮ ਹੈ ਔਰ ਕਿਉਂ ਇੱਥੇ ਨੇ। ਡਾਕਟਰ ਸਾਹਿਬ, ਇਹਨਾਂ ਨੂੰ ਕੀ ਪ੍ਰੋਬਲਮ ਹੈ? ਇਹਨਾਂ ਨੂੰ 16-17 ਬਿਮਾਰੀਆਂ, ਫੇਫੜਿਆਂ ਦੀ ਟੀਵੀ ਤੇ ਫੇਫੜਿਆਂ ਦਾ ਕੈਂਸਰ, ਫੇਫੜੇ ਲੰਗਜ਼ ਨੂੰ ਕਹਿੰਦੇ ਆ। ਹਰ ਦੇ 1 ਮਿੰਟ 2 ਮਿੰਟ ਬਾਅਦ ਪੰਪ ਤੇ ਇਨਹੇਲਰ ਲੈਂਦੇ ਸੀ। ਫਿਰ ਇੱਥੇ ਪ੍ਰੋਸਟੇਟ ਹੁੰਦਾ, ਗਦੂਦ, ਉਹਦਾ ਕੈਂਸਰ। ਫਿਰ 2 ਗੁਰਦੇ ਆ, ਦੋਨਾਂ ਦੇ ਵਿੱਚ ਰਸੌਲੀਆਂ ਵੀ ਹੈ ਤੇ ਪੱਥਰੀਆਂ ਵੀ ਹੈ। ਛੋਟੀ ਆਂਤ ਤੇ ਵੱਡੀ ਆਂਤ, ਉਹਨਾਂ 'ਚੋਂ ਇੱਕ ਆਂਤ ਦਾ ਕੈਂਸਰ। ਬਾਕੀ ਖੂਨ ਬਿਲਕੁਲ ਹੀ ਹੈ ਨਹੀਂ, 6 ਗ੍ਰਾਮ ਹੀ ਹੈ। ਯਾਨੀ ਹੁਣ ਤੁਸੀਂ ਦੇਖ ਲਓ ਵੀ ਇਹ ਅੰਤਮ ਸਟੇਜ ਤੇ ਆਇਆ ਵਾ ਮਰੀਜ਼ ਹੈ। ਸਾਰੇ ਇਹਦੇ ਕੈਂਸਰ ਫੈਲ ਚੁੱਕਿਆ ਹੈ। ਸਾਹ ਸਿਰਫ ਇਹ ਪੰਪ ਇਨਹੇਲਰਾਂ ਤੇ ਜਾਂਦਾ ਹੈ। ਮੇਰੇ ਖਿਆਲ ਹਰ 2 ਮਿੰਟ ਬਾਅਦ ਪੰਪ ਲੈਂਦੇ ਸੀ। 2 ਮਿੰਟ ਬਾਅਦ ਸਾਹ ਲੈਣ ਵਾਸਤੇ ਪੰਪ ਲੈਂਦੇ ਸੀ ਤੇ ਦਿਨ ਤੇ ਰਾਤ 'ਚ ਕਿੰਨੇ ਪੰਪ ਲੈਂਦੇ ਤੁਸੀਂ ਦੇਖ ਲਓ। ਸੰਤ ਹੈ, ਸੰਤਗਿਰੀ ਚ ਆ ਕੇ ਦਾ ਸਾਰਾ ਇਲਾਜ ਮੁਫਤ ਕੀਤਾ ਜਾਂਦਾ ਹੈ। ਅੱਜ ਇਹਨੂੰ ਦਾਖਲ ਹੋਏ ਨੂੰ ਪਤਾ ਨਹੀਂ 5-7 ਕਿੰਨੇ ਦਿਨ ਹੋ ਗਏ, 6 ਦਿਨ ਹੋ ਗਏ। ਇਹਦੇ ਪੰਪ ਸਿਰਫ 2% ਰਹਿ ਗਏ, ਬਿਨਾਂ ਪੰਪਾਂ ਤੋਂ ਹੀ ਰਹਿ ਰਿਹਾ ਹੈ। ਪਹਿਲਾਂ ਇਹ ਬੈਠ ਵੀ ਨਹੀਂ ਸਕਦੇ ਸੀ, ਹੁਣ ਇਹ ਕੁਰਸੀ ਤੇ ਵੀ ਬੈਠ ਕੇ, ਜਿਹਦੇ ਦਾ ਮੜ ਹੁੰਦਾ ਪੌਣਾ ਘੰਟਾ 2-2 ਘੰਟੇ ਰਾਤ ਨੂੰ ਜਿਹੜੀ ਮੀਟਿੰਗ ਹੁੰਦੀ ਹੈ ਮਰੀਜ਼ਾਂ ਦੀ, ਬੈਠ ਕੇ ਦੇਖਦੇ ਆ। ਪਰਸੋਂ 2 ਘੰਟੇ ਬੈਠ ਰਹੇ, ਅੱਗੇ 2 ਜਾਂ 3 ਮਿੰਟ ਹੀ ਸਿੱਧਾ ਪੈ ਸਕਦੇ ਸੀ। ਇੰਨੀ ਬੇਚੈਨੀ ਰਹਿੰਦੀ ਸੀ, ਸਾਹ ਤਾਂ ਆਉਂਦਾ ਨਹੀਂ ਸੀ। ਸਾਹ ਲੈਣ ਵਾਸਤੇ ਨਕਲੀ ਪੰਪ ਸੀਗੇ, ਹਰ 2 ਮਿੰਟ ਬਾਅਦ ਪੰਪ ਲੈਂਦੇ ਸੀ। ਹੁਣ ਪੰਪ ਵੀ ਛੁੱਟ ਗਏ, ਹਜੇ ਦਿਨ ਥੋੜ੍ਹੇ ਜਿਹੇ ਹੋਏ ਆ। ਭਾਵ ਅੰਤਮ ਸਟੇਜ ਤੇ ਹੈ। 8-10 ਕਿਸਮਾਂ ਦੇ ਕੈਂਸਰ ਹੈ, ਗੁਰਦੇ ਖਰਾਬ ਹੈ, ਫੇਫੜਿਆਂ 'ਚ ਟੀਵੀ ਹੈ। ਲੇਕਿਨ ਇਸ ਮੌਕੇ ਤੇ ਵੀ ਰਿਕਵਰੀ ਹੋ ਰਹੀ ਹੈ ਤੁਹਾਡੇ ਮੁਤਾਬਕ? ਇਸ ਵੇਲੇ ਸਿਰਫ 5-7 ਦਿਨਾਂ 'ਚ ਹੀ 40% ਰਿਕਵਰੀ ਹੋ ਗਈ ਹੈ। ਇਲਾਜ ਉਹੀ ਮਿੱਟੀ, ਪਾਣੀ, ਧੁੱਪ। ਇਹ ਉਹਦੇ ਸੇਵਾਦਾਰ ਹੈ। ਸੰਤਾਂ ਨੂੰ ਵੀ ਪੁੱਛ ਸਕਦੇ ਹੋ ਜੇ ਕੁਛ ਬੋਲ ਸਕਦੇ ਹੋ ਤਾਂ ਤੁਹਾਨੂੰ ਦੱਸਿਆ। ਦੇਖੋ ਕਿੰਨੀਆਂ ਬਿਮਾਰੀਆਂ, ਟੀਵੀ, ਕੈਂਸਰ, ਗਦੂਦਾਂ ਦਾ, ਪੱਥਰੀਆਂ, ਵੱਡੀ ਉਮਰ, ਖੂਨ ਸਾਰਾ 6 ਗ੍ਰਾਮ ਤੇ ਐਕੂ ਤਾਂ ਇਹ ਪੈ ਹੀ ਨਹੀਂ ਸੀ ਸਕਦਾ। ਤੇ ਹੁਣ ਅੱਧਾ ਤਾਂ ਪੌਣਾ ਘੰਟਾ ਪੈਂਦਾ। ਦੇਖੋ ਆਰਾਮ ਨਾਲ ਹੀ ਪਿਆ ਸੀ ਨਾ। ਜੀ ਜੀ, ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ। ਲੱਤਾਂ ਨੇ ਜੀ ਆ ਜਮਾ ਹੀ ਇਹਨਾਂ ਦੇ ਮਾਸ ਹਲਕਾ ਸੀਗਾ, ਜਿਵੇਂ ਐ ਘੁੱਟੋ ਤੇ ਹੁਣ ਜਮਾ ਹੀ ਟਾਈਟ ਹੋਇਆ ਪਿਆ ਤੇ ਖੜਨ 'ਚ ਵੀ ਕੋਈ ਦਿੱਕਤ ਨਹੀਂ ਆਉਂਦੀ। ਪਹਿਲਾਂ ਖੜਿਆ ਨਹੀਂ ਸੀ ਜਾਂਦਾ, ਹੁਣ ਕਾਫੀ ਟਾਈਮ ਖੜ ਜਾਂਦੇ ਨੇ ਤੇ ਯਾਨੀ ਕਿ ਕਾਫੀ ਫਰਕ ਆ ਅੱਗੇ ਨਾਲੋਂ। ਕਿਹੋ ਜੀ ਹਾਲਤ 'ਚ ਲੈ ਕੇ ਆਏ ਸੀ ਇੱਥੇ? ਹਾਲਤ ਤਾਂ ਬਹੁਤ ਬੁਰੀ ਸੀਗੀ ਜਦ ਲੈ ਕੇ ਆਏ ਕੀ ਸੀਗੇ। ਹਾਲਤ ਸੀ? ਬਸ ਸਾਹ ਨਹੀਂ ਸੀ ਆਉਂਦਾ ਤੇ ਬੈਠਿਆ ਨਹੀਂ, ਜੇ ਬਹਿੰਦੇ ਸੀ, ਜੇ ਰੋਟੀ ਖਾਂਦੇ ਸੀ ਤਾਂ ਸਾਹ ਚੜ ਜਾਣਾ, ਪੰਪ ਲੈਣਾ, ਬਾਥਰੂਮ ਕਰਨ ਲੱਗੇ ਤਾਂ ਸਾਹ ਚੜ ਜਾਣਾ, ਪੰਪ ਲੈਣਾ। ਜਾਣੀ ਬਾਹਲਾ ਬੁਰਾ ਹਾਲ ਸੀਗਾ। ਜਾਣੀ ਹੁਣ 5-7 ਦਿਨਾਂ ਤੋਂ ਬਹੁਤ ਠੀਕ ਆ ਅੱਗੇ ਨਾਲੋਂ। ਸਾਨੂੰ ਵੀ ਥੋੜੀ ਜਿਹੀ ਰਾਹਤ ਆ, ਨਹੀਂ ਸਾਨੂੰ ਵੀ ਮੁਸ਼ਕਲ ਹੁੰਦੀ ਸੀ, ਕਦੇ ਛਾਤੀ ਮਲੋ, ਕਦੇ ਪਿੱਠ ਮਲੋ, ਜਾਂ ਸਾਹ ਨਹੀਂ ਸੀ ਆਉਂਦਾ। ਤੇ ਹੁਣ ਜਾਣੀ 19 ਕਾਫੀ ਉਹ ਆ, ਕਾਫੀ ਫਰਕ ਹੈ। ਹਾਂਜੀ ਕਾਫੀ ਫਰਕ ਆ। ਅੱਛਾ, ਇਹਨਾਂ ਨੂੰ ਇਹ ਬੋਲਣ ਦੇ ਲਹਿਜ਼ੇ 'ਚ ਹੈਗੇ ਨੇ, ਬੋਲ ਸਕਦੇ ਨੇ, ਗੱਲ ਕਰ ਸਕਦੇ ਨੇ? ਸੰਤ ਜੀ ਗੱਲ ਕਰ ਸਕਦੇ ਹੋ? ਕਿੰਨਾ ਕੁ ਫਰਕ ਹੈਗਾ ਇੱਥੇ ਤੁਹਾਨੂੰ? ਕਾਫੀ ਫਰਕ ਹੈ। ਜੇ ਬੈਠ ਕੇ ਬੋਲਣਾ ਚਾਹੁੰਦੇ ਬੈਠ ਕੇ ਬੋਲ ਦੋ, ਬੋਲ ਸਕਦੇ ਹੋ, ਸਾਡੇ ਨਾਲ ਗੱਲ ਸਾਂਝੀ ਕਰ ਸਕਦੇ ਹੋ ਕਿਸ ਤਰੀਕੇ ਨਾਲ। ਸੋ ਤਸਵੀਰਾਂ ਦੇਖੋ ਤੁਸੀਂ, ਆਖਰੀ ਸਟੇਜ ਦੇ ਉੱਤੇ ਇਹ ਸੰਤ ਜੀ ਇੱਥੇ ਆਏ ਸੀ, ਇਹਨਾਂ ਦੇ ਸੇਵਾਦਾਰ ਨਾਲ ਨੇ। ਸੰਤ ਜੀ, ਰਾਹਤ ਹੈਗੀ ਹੈ? ਆਗੇ ਨਾ ਫਰਕ ਹੈ। ਅੱਗੇ ਨਾਲੋਂ ਫਰਕ ਹੈ। ਕਿਸ ਹਾਲਤ 'ਚ ਆਏ ਸੀ ਤੁਸੀਂ ਸਾਰਾ ਦੱਸੋਗੇ ਮਾੜਾ ਜਿਹਾ, ਅਗਰ ਕੰਫਰਟੇਬਲ ਹੋ ਤੁਸੀਂ? किस हालत में आए थे आप? पंप तो बिना साह नहीं होता सी। हाँ हुण पंप यूज कर दियो? पेशाब कर लगा, लैट्रिन कर लगा, साह चढ़ जाता, पंप ना रहिंदा हाथ में। अच्छा, अब पंप तो नहीं लगाते? आप पंप लेना के टाइम पे ਇੱਕ ਟਾਈਮ ਲੈਂਦੇ ਨੇ। ਜੀ 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 ਦੇਖੋ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਨਮੂਨਾ ਹੈ ਜਿਹੜਾ ਉਹ ਦਿਖਾਇਆ ਕਿਸ ਤਰੀਕੇ ਨਾਲ ਜਿਹੜਾ ਇੱਥੇ ਟ੍ਰੀਟਮੈਂਟ ਆ ਉਹ ਕੀਤਾ ਜਾਂਦਾ। ਜੀ ਡਾਕਟਰ ਸਾਹਿਬ, ਇਹਨਾਂ ਦੇ ਅਸੀਂ ਰੋਜ਼ ਮੱਥੇ ਤੇ, ਸਿਰ ਤੇ, ਅੱਖਾਂ ਤੇ ਮਿੱਟੀ ਵੀ ਰੱਖਦੇ ਹਾਂ। ਆਹ ਜਿਹੜੇ ਵਾਲ ਕਾਲੇ ਆਉਣ ਲੱਗ ਗਏ, ਮਿੱਟੀ ਨਾਲ ਆਉਣ ਲੱਗ ਗਏ, ਨਾਲੇ ਦੇਖੋ ਅੰਤਮ ਸਟੇਜ ਤੇ ਆ। ਉਹ ਬਾਹਰ ਮੁੰਡਾ ਜਿਹਦੀ ਇੰਟਰਵਿਊ ਲੈ ਕੇ ਆਏ ਉਹਦੇ ਵਾਲ ਸਾਰੇ ਹੀ ਚਿੱਟੇ ਸੀ, ਨਾਲੇ ਉਹ ਖੜਾ ਹੈ।
ਆਹੀ ਇਹਦੀ ਗੱਲ ਸੁਣ ਲਓ ਜਾਣੀ ਇੱਕ ਦੇਖੋ ਬਜ਼ੁਰਗ ਉਮਰ ਫਿਰ ਬਿਮਾਰੀਆਂ ਕਿੰਨੀਆਂ ਅੰਤਮ ਸਟੇਜ ਤੇ ਸੀ ਕੁਝ ਦਿਨਾਂ ਦੇ ਵਿੱਚ ਹੀ ਬੈਠਣ ਦੇ ਵੀ ਕਾਬਲ ਹੋ ਗਏ ਤੇ ਘੰਟਾ ਘੰਟਾ ਰਾਤ ਨੂੰ ਮੀਟਿੰਗ 'ਚ ਬੈਠਦੇ ਵੀ ਆ ਤੇ ਪੰਪ ਇੱਕ ਵਾਰੀ 2 ਵਾਰੀ ਲੈਂਦੇ ਆ ਆਹ ਇਲਾਜ ਹੈ ਇਹਨਾਂ ਦੀ ਵੀ ਮਿੱਟੀ ਰੱਖਦੇ ਆ ਠੀਕ ਹੈ ਸ਼ਾਇਦ ਅੱਜ ਰੱਖੀ ਵੀ ਉਹ ਜਾਂ ਤੇ ਆ ਦੇਖੋ ਅੱਛਾ ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਲਾਈਵ ਤਸਵੀਰਾਂ ਨੇ। ਇਸ ਵੇਲੇ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਆਖਰੀ ਪੜਾਅ ਦੇ ਵਿੱਚ ਜਿਹੜਾ ਇੱਥੇ ਆ ਕੇ ਉਹਨਾਂ ਦਾ ਵੀ ਜਿਹੜਾ ਟ੍ਰੀਟਮੈਂਟ ਹੈਗਾ ਇਲਾਜ ਹੈਗਾ ਡਾਕਟਰ ਸਾਹਿਬ ਉਹਨਾਂ ਨੂੰ ਫੜ ਲੈਂਦੇ ਨੇ। ਭਾਈ ਸਾਹਿਬ ਤੁਹਾਡੇ ਵਾਲ ਸਫੈਦ ਸੀ ਡਾਕਟਰ ਸਾਹਿਬ ਕਹਿੰਦੇ ਪਹਿਲਾਂ? ਹਾਂਜੀ ਹਾਂਜੀ ਕਿੰਨੇ ਕੁ ਸਫੈਦ ਸੀ? ਕਾਫੀ ਜੀ। ਅੱਛਾ ਕਾਫੀ ਸਫੈਦ ਸੀ। ਢਿੱਡ ਨਾਲੋਂ ਪਹਿਲਾਂ ਸਫੈਦ ਢਿੱਡ ਵਧਣ ਨਾਲੋਂ ਪਹਿਲਾਂ ਸਫੈਦ ਸੀ ਜਾਂ ਘੱਟ? ਢਿੱਡ ਨਾਲ ਪਹਿਲਾਂ ਹੀ ਸੀ। ਅੱਛਾ ਹੁਣ ਕਿੰਨਾ ਕੁ ਫਰਕ ਹੈ? ਹੁਣ ਕਾਫੀ ਫਰਕ ਹੈ ਜੀ। ਅੱਛਾ ਮਿੱਟੀ ਨਾਲ ਹੀ ਤੁਹਾਨੂੰ ਫਰਕ ਪਿਆ ਤੁਹਾਨੂੰ? ਹਾਂਜੀ ਹਾਂਜੀ ਜੀ ਹੁਣ ਇਹਦੇ 80% ਵਾਲ ਕਾਲੇ ਹੋ ਗਏ ਜੀ ਜੇ ਮਿੱਟੀ ਲਾਹਾਂਗੇ ਤੁਸੀਂ ਸੋਚੋਗੇ ਵੀ ਇਹਦੇ ਕਾਲੇ ਇੰਨੇ ਕਿੰਨੇ ਹੋ ਗਏ ਇਹਦੇ ਤੋਂ ਨਾ ਬੂਥੜ ਦਾ ਲਵੇੜਿਆ ਵਾ ਇਸ ਕਰਕੇ ਉਹਨੂੰ ਪਤਾ ਨਹੀਂ ਲੱਗਦਾ ਜੀ ਇਹ ਜ਼ਿਆਦਾ ਫਿਕਰ ਹੈ ਕਿਉਂਕਿ ਇਹਦਾ ਤਾਜ਼ਾ ਵਿਆਹ ਹੋਇਆ ਕਹਿੰਦਾ ਡਾਕਟਰ ਸਾਹਿਬ ਮੇਰੇ ਵਾਲ ਕਾਲੇ ਕਰ ਦੋ ਤਾਂ ਪਹਿਲੇ ਨੇ ਇਲਾਜ ਵਾਲੇ ਕਾਲਾਂ ਦਾ ਹੀ ਕਰਾਇਆ ਸੀ ਪਿੱਛੋਂ ਹੀ ਸ਼ੌਕ ਜਾਗਿਆ ਵੀ ਮੇਰਾ ਢਿੱਡ ਘਟਾ ਦਿਓ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ। ਤੁਹਾਡਾ ਬੜਾ ਕੀਮਤੀ ਸਮਾਂ ਹੁੰਦਾ ਹੈ ਤੁਸੀਂ ਹਮੇਸ਼ਾ ਹੀ ਸਾਨੂੰ ਸਮਾਂ ਦਿੰਦੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਧੰਨਵਾਦ ਤਾਂ ਤੁਹਾਡਾ ਕਰਨਾ ਜੀ ਮੈਂ ਤਾਂ ਇੱਥੇ ਥੋੜੇ ਦਾਇਰੇ ਦੇ ਵਿੱਚ ਆਪਦਾ ਫਰਜ਼ ਨਿਭਾ ਰਿਹਾ ਤੇ ਤੁਸੀਂ ਉਸ ਵਿਦਿਆ ਨੂੰ ਕਰੋੜਾਂ ਲੋਕਾਂ ਦੇ ਕੋਲੇ ਪਹੁੰਚਾ ਰਹੇ ਹੋ ਇਸ ਲਈ ਧੰਨਵਾਦ ਤੁਹਾਡਾ ਤੇ ਸੋਹਣੇ ਕੰਮ ਲੱਗੇ ਰਹੋ ਤੇ ਚੰਗੀਆਂ ਹਰੇ ਗੱਲਾਂ ਨੂੰ ਕਿਸੇ ਦੀ ਵੀ ਚੰਗੀ ਗੱਲ ਹੈ ਉਸ ਨੂੰ ਫੈਲਾਓ ਤਾਂ ਕਿ ਲੋਕਾਂ ਨੂੰ ਗਿਆਨ ਜਾਗੇ। ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਨੇ ਕਿਸ ਤਰੀਕੇ ਨਾਲ ਡਾਕਟਰ ਗੁਰਮੇਲ ਸਿੰਘ ਵਿਰਕ ਹੋਰਾਂ ਦੇ ਨੈਚੁਰਲ ਪੈਥ ਅਤੇ ਯੋਗ ਸੈਂਟਰ ਦੇ ਵਿੱਚ ਨਾਮੁਰਾਦ ਬਿਮਾਰੀਆਂ ਦਾ ਜਿਹੜਾ ਇਲਾਜ ਹੈਗਾ ਉਹ ਕੀਤਾ ਜਾਂਦਾ ਹੈ। ਮਰੀਜ਼ਾਂ ਦੀਆਂ ਕੰਡੀਸ਼ਨਾਂ ਵੀ ਤੁਹਾਨੂੰ ਦਿਖਾਈਆਂ ਨੇ ਮਰੀਜ਼ਾਂ ਦੇ ਰੋਗ ਵੀ ਤੁਹਾਨੂੰ ਦੱਸੇ ਨੇ ਤੇ ਉਹਨਾਂ ਦਾ ਘਰ ਦੇ ਵਿੱਚ ਬੈਠ ਕੇ ਕਿਸ ਤਰੀਕੇ ਨਾਲ ਤੁਸੀਂ ਮਿੱਟੀ ਦੇ ਜ਼ਰੀਏ ਇਲਾਜ ਹੈ ਜਿਹੜਾ ਉਹ ਬਾਖੂਬੀ ਡਾਕਟਰ ਗੁਰਮੇਲ ਸਿੰਘ ਵਿਰਕ ਹੋਣਾ ਦੀ ਅਸੀਂ ਕਹਿ ਲਈਏ ਕਿ ਅਗਵਾਈ ਦੇ ਵਿੱਚ ਕਰ ਸਕਦੇ ਹੋ। ਡਾਕਟਰ ਗੁਰਮੇਲ ਸਿੰਘ ਵਿਰਕ ਹੋਣਾ ਨੇ ਇੱਕ ਹੋਰ ਦੱਸਿਆ ਸੀ ਕਿ ਜਿਸ ਤਰੀਕੇ ਨਾਲ ਸੱਪ ਵਗੈਰਾ ਦਾ ਜਾਂ ਕੋਈ ਤੁਹਾਨੂੰ ਜ਼ਹਿਰ ਚੜ੍ਹ ਜਾਵੇ ਤਾਂ ਉਹਦਾ ਇੱਕ ਢੰਗ ਹੁੰਦਾ ਹੈ। ਮੇਰੀ ਸਭ ਨੂੰ ਬੇਨਤੀ ਇਹੋ ਹੈ ਕਿ ਸੱਪ ਲੜਨ 'ਤੇ ਜਾਂ ਕੋਈ ਹੋਰ ਜ਼ਹਿਰੀਲਾ ਪਦਾਰਥ ਜਾਂ ਜ਼ਹਿਰੀਲੀ ਚੀਜ਼ ਲੜਨ 'ਤੇ ਆਪ ਖੁਦ ਨਾ ਉਸ ਦਾ ਇਲਾਜ ਕਰੋ। ਡਾਕਟਰ ਗੁਰਮੇਲ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਉਸ ਨੂੰ ਨੇਪਰੇ ਚਾੜਿਆ ਜਾਵੇ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਭਦੌੜ।